ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ। ਉਹ ਪ੍ਰੋਗਰਾਮ ਦੀ ਸ਼ੁਰੂਆਤ ਗੁਰਫਤਿਹ ਦੀ ਸਾਂਝ ਤੋਂ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਸਟੂਡੀਓ ਦੇ ਵਿੱਚ ਭਾਈ ਦਲਜੀਤ ਸਿੰਘ ਜੀ ਸਵਿਟਜ਼ਰਲੈਂਡ ਪਹੁੰਚੇ ਹੋਏ ਹਨ ਅਤੇ ਉਹ ਜੋ ਸਾਡੇ ਸਿੱਖੀ ਜੀਵਨ ਦੇ ਵਿੱਚ ਜਿਹੜਾ ਨਿਘਾਰ ਆ ਰਿਹਾ ਅਤੇ ਉਹਦੇ ਬਾਰੇ ਇਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੀਆਂ ਪ੍ਰੋਬਲਮਸ ਨੇ ਸਾਨੂੰ ਇਸ ਵੇਲੇ ਫੇਸ ਕਰਨੀਆਂ ਪੈ ਰਹੀਆਂ। ਭਾਈ ਦਲਜੀਤ ਸਿੰਘ ਜੀ, ਤੁਹਾਡਾ ਸਟੂਡੀਓ 'ਚ ਆਉਣ ਲਈ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਭਾਈ ਦਲਜੀਤ ਸਿੰਘ ਜੀ, ਜਿਸ ਤਰ੍ਹਾਂ ਮੌਜੂਦਾ ਸਮੇਂ ਦੇ ਵਿੱਚ ਕਾਫੀ ਮਤਲਬ ਕੋਸ਼ਿਸ਼ਾਂ ਹੋ ਰਹੀਆਂ ਨੇ ਕਿ ਜਿਹੜੇ ਸਾਡੇ ਸਿਧਾਂਤ ਨੇ ਅਸੀਂ ਉਹਨਾਂ ਨੂੰ ਫਾਲੋ ਨਹੀਂ ਕਰ ਰਹੇ ਅਤੇ ਨਿਘਾਰ ਆ ਰਿਹਾ ਸਾਡੇ ਜੀਵਨ ਦੇ ਵਿੱਚ, ਅਤੇ ਇਹਦੇ ਪਿੱਛੇ ਕਿਹੜੇ ਕਾਰਨ ਹੈਗੇ ਨੇ? ਇਹਦੇ ਪਿੱਛੇ ਕਾਰਨ ਤਾਂ ਸਭ ਤੋਂ ਵੱਡਾ ਤਾਂ ਮੈਨੂੰ ਮਹਿਸੂਸ ਹੁੰਦਾ ਕਿ ਅਸੀਂ ਸੋ ਰਹੇ ਹਾਂ, ਅਸੀਂ ਸਾਵਧਾਨ ਨਹੀਂ। ਅਸੀਂ ਇਹ ਨਹੀਂ ਵੇਖਦੇ ਅਸੀਂ ਕਰ ਕੀ ਰਹੇ ਹਾਂ, ਸਾਡੇ ਕੋਲੋਂ ਕਰਾਇਆ ਕੀ ਜਾ ਰਿਹਾ। ਅਸੀਂ ਸਿਰਫ ਪਿੱਛੇ ਲੱਗ ਕੇ ਜਿਸ ਤਰ੍ਹਾਂ ਨੀਂਦ ਦੇ ਵਿੱਚ ਤੁਰੇ ਜਾ ਰਹੇ ਹਾਂ ਅਤੇ ਸਾਨੂੰ ਜਿੱਧਰ ਨੂੰ ਤੁਰਿਆ ਜਾ ਰਿਹਾ ਅਸੀਂ ਉਧਰ ਹੀ ਤੁਰੇ ਜਾ ਰਹੇ ਹਾਂ। ਅਤੇ ਇਹਦੇ ਵਿੱਚੋਂ, ਇਸ ਨੀਂਦ ਦੇ ਵਿੱਚ ਉੱਠਿਆ ਕਿਸ ਤਰ੍ਹਾਂ ਜਾ ਸਕਦਾ? ਗੁਰ ਸ਼ਬਦ, ਗੁਰੂ ਵਿਚਾਰ, ਗੁਰੂ ਦਾ ਸਿਧਾਂਤ, ਗੁਰੂ ਨੂੰ ਸਮਝਣਾ, ਗੁਰੂ ਨੂੰ ਕੋਲੋਂ ਪੁੱਛਣਾ। ਜਦੋਂ ਤੱਕ ਅਸੀਂ ਗੁਰੂ ਨਾਲ ਗੱਲਾਂ ਨਹੀਂ ਕਰਦੇ ਉਹਨਾਂ 'ਚ ਸਾਨੂੰ ਸਮਝ ਨਹੀਂ ਲੱਗਣੀ, ਅਤੇ ਜੇ ਸਾਨੂੰ ਸਮਝ ਨਹੀਂ ਲੱਗੀ ਤਾਂ ਅਸੀਂ ਉਸੇ ਤਰ੍ਹਾਂ ਤੁਰੇ ਜਾਵਾਂਗੇ, ਇਸੇ ਨੂੰ ਧਰਮ ਮੰਨ ਬੈਠਾਂਗੇ। ਅਤੇ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਭਈ ਸਾਡੇ ਵਿੱਚ ਡਾਊਨਫਾਲ ਆ? ਕਿਹੜੀਆਂ ਗੱਲਾਂ ਤੁਹਾਡੇ ਨੋਟਿਸ ਦੇ ਵਿੱਚ ਹਨ? ਮੈਂ ਜਿੰਨਾ ਕੁ ਵਿਚਰ ਕੇ ਦੇਖਿਆ ਵਿਦੇਸ਼ਾਂ ਦੇ ਵਿੱਚ, ਅਤੇ ਜਿਹੜੀਆਂ ਪਿੱਛੋਂ ਆ ਰਹੀਆਂ ਖਬਰਾਂ ਮੁਤਾਬਕ, ਕਈ ਵਾਰੀ ਸੱਜਣ ਦੱਸਦੇ ਨੇ ਕਿ ਸਾਡੇ ਪਿੰਡ 'ਚ ਫਲਾਣਾ ਪ੍ਰੋਗਰਾਮ ਹੋਇਆ ਅਤੇ ਪੱਗਾਂ ਵਾਲੇ 'ਚ ਬਜ਼ੁਰਗ ਹੀ 5-7 ਸੀ। ਠੀਕ ਹੈ। ਅਤੇ ਪੱਗ ਹੀ ਸਾਡੀ ਉਤਰ ਗਈ। ਇਹਦਾ ਮਤਲਬ ਹੈ ਜਿਹੜਾ ਸਿੱਖੀ ਸਰੂਪ ਦੇਖਣ ਨੂੰ ਵੀ ਚਲਾ ਗਿਆ। ਅਤੇ ਸਿਧਾਂਤ ਦੀ ਗੱਲ ਤਾਂ ਫਿਰ ਦੂਜੇ ਨੰਬਰ 'ਤੇ ਆਉਂਦੀ। ਤੁਹਾਨੂੰ ਪੁੱਛਾਂਗੇ ਕਿਹਦੇ ਕੋਲੋਂ ਸਿਧਾਂਤ, ਅਤੇ ਕਿਹਦੀ ਨਾਲ ਗੱਲ ਕਰਾਂਗੇ ਕਿ ਤੈਨੂੰ ਸਿਧਾਂਤ ਆਉਂਦਾ ਕਿ ਨਹੀਂ ਆਉਂਦਾ। ਅਤੇ ਇਹਦੇ 'ਚ ਹੁਣ ਕੋਈ ਬਹੁਤਾ ਸੋਚਣ ਵਾਲੀ ਗੱਲ ਨਹੀਂ ਰਹਿ ਗਈ। ਗੁਰਦੁਆਰੇ 'ਚ ਸਾਡੇ ਜੋ ਕੁਛ ਹੋ ਰਿਹਾ ਉਹ ਵੀ ਸਾਡੀਆਂ ਨਜ਼ਰਾਂ ਦੇ ਸਾਹਮਣੇ ਆ। ਅਤੇ ਜਿਹੜਾ ਤੁਸੀਂ ਗੱਲ ਕੀਤੀ ਆ ਵੀ ਜਿੱਦਾਂ ਪੰਜਾਬ ਦੇ ਵਿੱਚ ਵੀ ਜੇ ਦੇਖੀਏ ਤਾਂ ਉੱਥੇ ਕਿਤੇ ਬਜ਼ੁਰਗਾਂ ਦੇ ਸਿਰ 'ਤੇ ਦਸਤਾਰ ਨਜ਼ਰ ਆਉਂਦੀ ਆ, ਅਤੇ ਇਹਦੇ ਪਿੱਛੇ ਜਿਹੜਾ ਨੌਜਵਾਨ ਤਬਕਾ, ਉਹ ਕੀ ਕਾਰਨ ਆ ਕਿ ਉਹ ਜਿਹੜੀ ਸਾਡੀ ਆਇਡੈਂਟੀਟੀ ਆ ਮੇਨ ਦਸਤਾਰ ਕੇਸ, ਇਹਨਾਂ ਤੋਂ ਮੁਨੱਕਰ ਕਿਉਂ ਹੁੰਦਾ ਜਾ ਰਿਹਾ? ਕਸੂਰ ਨੌਜਵਾਨ ਦਾ ਨਹੀਂ, ਕਸੂਰ ਸਾਡੇ ਉਹਨਾਂ ਲੀਡਰਾਂ ਦਾ ਜਿਹੜੇ ਧਰਮ ਦੇ ਨਾਂ 'ਤੇ ਸਾਨੂੰ ਬੇਵਕੂਫ ਬਣਾਉਂਦੇ ਨੇ। ਠੀਕ ਹੈ ਜੀ। ਕਸੂਰ ਸਾਡਾ ਮਾਪਿਆਂ ਦਾ। ਅਸੀਂ ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਸਾਡੀ ਜ਼ਿੰਮੇਵਾਰੀ ਉਹਨਾਂ ਨੂੰ ਪਾਲਣ ਪੋਸ਼ਣ ਦੀ ਹੈ, ਬੱਚਿਆਂ ਨੂੰ ਪੜ੍ਹਾਉਣ ਦੀ ਹੈ, ਉਹਨਾਂ ਦੀ ਵਿਆਹ ਸ਼ਾਦੀਆਂ ਕਰਨ ਦੀ ਹੈ। ਪਰ ਲੇਕਿਨ ਇਹ ਜ਼ਿੰਮੇਵਾਰੀ ਅਸੀਂ ਭੁੱਲ ਜਾਂਦੇ ਹਾਂ ਕਿ ਧਰਮ ਸਿਖਾਉਣ ਦੀ ਜ਼ਿੰਮੇਵਾਰੀ ਸਾਡੀ ਹੈ। ਉਹ ਅਸੀਂ ਉਡੀਕਦੇ ਹਾਂ ਸ਼੍ਰੋਮਣੀ ਕਮੇਟੀ ਕਰੇ, ਕੋਈ ਹੋਰ ਸੰਸਥਾ ਕਰੇ। ਫਿਰ ਅਸੀਂ ਕਹਿੰਦੇ ਹਾਂ ਜੀ ਉਹਨਾਂ 'ਤੇ ਗਿਲੇ ਕਰਦੇ ਹਾਂ, ਉਹਨਾਂ ਨੇ ਕੀਤਾ ਨਹੀਂ। ਉਹ ਵੀ ਤਾਂ ਸਾਡੇ 'ਚੋਂ ਹੀ ਨੇ, ਉਹ ਵੀ ਸਾਡੇ ਵਾਂਗੂ ਭਟਕੇ ਹੋਏ ਨੇ। ਠੀਕ ਹੈ। ਤੁਹਾਡੇ ਕਹਿਣ ਤੋਂ ਮਤਲਬ ਇਹ ਆ ਵੀ ਜਿਹੜਾ ਸਾਡਾ ਸਿਸਟਮ ਆ ਜਾਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਆ ਜਾਂ ਸਾਡੇ ਜਿਹੜਾ ਘਰ ਦਾ ਢਾਂਚਾ ਆ, ਅਸੀਂ ਆਪ ਖੁਦ ਹਾਂ, ਅਸੀਂ ਇਸ ਕੰਮ ਤੋਂ, ਇਸ ਪੱਖ ਤੋਂ ਅਵੇਸੇ ਹੋ ਚੁੱਕੇ ਹਾਂ ਪੂਰੀ ਤਰ੍ਹਾਂ ਜੀ। ਕੋਈ ਵਿਰਲਾ ਪਰਿਵਾਰ ਦਿਸਦਾ ਜਿਸ ਪਰਿਵਾਰ ਦੇ ਵਿੱਚ ਗੁਰਮਤਿ ਦੀ ਗੱਲ ਆਪਣੇ ਵਿੱਚ ਹੈ, ਬਜ਼ੁਰਗਾਂ 'ਚ, ਅਤੇ ਉਹਨਾਂ ਦੇ ਬੱਚੇ ਉਹਨਾਂ ਤੋਂ ਦੇਖ ਕੇ ਵੀ ਬੜਾ ਕੁਝ ਸਿੱਖ ਜਾਂਦੇ ਨੇ। ਦੱਸਣ ਦੀ ਲੋੜ ਘੱਟ ਪੈਂਦੀ ਹੈ। ਜੋ ਕੁਛ ਉਹ ਬਜ਼ੁਰਗ ਕਰਦੇ ਨੇ ਬੱਚੇ ਜਾਣਦੇ ਨੇ ਕਿ ਇਹ ਕੀ ਕਰ ਰਹੇ ਨੇ। ਉਹਨਾਂ ਦੀ ਗੱਲਬਾਤ, ਉਹਨਾਂ 'ਚੋਂ ਜਦੋਂ ਸੱਜਣਾ ਮਿੱਤਰਾਂ ਨਾਲ ਬੋਲਦੇ ਨੇ, ਕਿਹਨਾਂ ਗੱਲਾਂ ਨਾਲ ਉਹਨਾਂ ਨਾਲ ਸੰਬੋਧਨ ਹੁੰਦੇ ਨੇ, ਕੀ ਉਹ ਵਿਚਾਰ ਕਰਦੇ ਨੇ, ਬੱਚਾ ਸੁਣ ਰਿਹਾ ਹੁੰਦਾ। ਠੀਕ ਹੈ। ਉਹ ਆਟੋਮੈਟਿਕਲੀ ਉਹਦੇ 'ਚ ਜਿਹੜਾ ਕੰਪਿਊਟਰ ਦੀ ਤਰ੍ਹਾਂ ਫੀਡ ਹੋ ਰਿਹਾ। ਠੀਕ ਹੈ। ਅਤੇ ਐਜ ਏ ਪਰਿਵਾਰਕ ਤੌਰ 'ਤੇ ਸਾਡੀ ਕੀ ਜ਼ਿੰਮੇਵਾਰੀ ਆ? ਸਾਡੀ ਜ਼ਿੰਮੇਵਾਰੀ ਪਹਿਲਾਂ ਤਾਂ ਆਪਣੇ ਆਪ ਨੂੰ ਸੁਧਾਰਨਾ, ਕਿਉਂਕਿ ਬੱਚੇ ਨੇ ਦੇਖ ਕੇ ਜ਼ਿਆਦਾ ਸਿੱਖਣਾ। ਠੀਕ ਹੈ। ਅਤੇ ਦੱਸਿਆਂ ਘੱਟ ਸਿੱਖਣਾ। ਠੀਕ ਹੈ। ਦੱਸਣ ਨਾਲ ਉਹ ਕੰਨਾਂ ਦੇ ਵਿੱਚੋਂ ਦੀ ਜਿਹੜੀ ਗੱਲ ਹੈ ਉਹ ਦੂਸਰੇ ਕੰਨ ਨਹੀਂ ਕੱਢ ਸਕਦਾ, ਪਰ ਜਿਹੜੀ ਉਹਦੀ ਅੱਖਾਂ ਨੇ ਦੇਖ ਕੇ ਐਕਸੈਪਟ ਕੀਤੀ ਚੀਜ਼ ਹੈ, ਸੁਣ ਕੇ ਆਪਣੇ ਆਪ ਸੁਣ ਕੇ ਐਕਸੈਪਟ ਕੀਤੀ, ਜਿਹਦਾ ਉਹਦਾ ਇੰਟਰਸਟ ਬਣ ਰਿਹਾ ਸੀ ਸੁਣਨ ਦਾ, ਉਹ ਜਿਹੜੀ ਚੀਜ਼ ਆ ਉਹ ਫੀਡ ਐਸੀ ਹੋਣੀ ਹੈ ਕਿ ਉਹ ਜੇਕਰ ਥੋੜ੍ਹਾ ਬਹੁਤ ਇੱਧਰ ਉੱਧਰ ਵੀ ਜਾਏਗਾ ਅਤੇ ਉਹਨੂੰ ਫਿਰ ਉਹ ਚੀਜ਼ ਜਿਹੜੀ ਹੈ ਟੁੰਬੇਗੀ ਅਤੇ ਫਿਰ ਵਾਪਸੀ 'ਤੇ ਫਟਾਫਟ ਹੀ ਆ ਸਕਦਾ। ਠੀਕ ਹੈ। ਅਤੇ ਜਿਸ ਤਰ੍ਹਾਂ ਦੂਸਰੇ ਬੰਨੇ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ, ਜਿੱਦਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦਾ ਕੀ ਰੋਲ ਹੋਣਾ ਚਾਹੀਦਾ ਜਿੱਤੋਂ ਪਿੱਛੇ ਨੇ? ਪਹਿਲੀ ਗੱਲ ਤਾਂ ਇਹ ਹੈ ਕਿ ਸ਼੍ਰੋਮਣੀ ਕਮੇਟੀ ਇਕੱਲੀ ਨਹੀਂ, ਸਾਡੇ ਸਾਰੇ ਹੀ ਗੁਰਦੁਆਰੇ, ਮੈਨੂੰ ਜਿੰਨਿਆਂ ਗੁਰਦੁਆਰੇ 'ਚ ਜਾਣ ਦਾ ਮੌਕਾ ਮਿਲਿਆ,
ਮੈਨੂੰ ਕਿਤੇ ਵੀ ਗੁਰਮਤ ਨਜ਼ਰ ਨਹੀਂ ਆਈ, ਕਾਰਵਾਈ ਨਜ਼ਰ ਆਈ ਹੈ ਹੂੰ ਕਿ ਜੀ ਇਹ ਰਵਾਇਤ ਹੈ, ਇਹ ਕੰਮ ਕਰਨਾ, ਇਸ ਕਰਕੇ ਅਸੀਂ ਕਰ ਰਹੇ ਹਾਂ। ਹੂੰ ਪਰ ਲੇਕਿਨ ਗੁਰਮਤ ਨਾ ਪ੍ਰਬੰਧਕਾਂ 'ਚ ਹੈਗੀ ਹੈ ਹੂੰ ਤੇ ਨਾ ਅੱਗੋਂ ਦੱਸ ਸਕਦੇ ਨੇ। ਹਾਂ, ਰਾਗੀਆਂ ਨੂੰ, ਢਾਡੀਆਂ ਨੂੰ ਸੱਦ ਲਿਆ, ਕਥਾਵਾਚਕਾਂ ਨੂੰ ਸੱਦ ਲਿਆ, ਸੁਣਿਆ, ਆਪ ਨਹੀਂ ਬੈਠੇ ਦਫ਼ਤਰਾਂ 'ਚ ਰਹੇ, ਗੱਪਾਂ ਮਾਰ ਛੱਡੀਆਂ। ਇਹੋ ਹਾਲ ਸ਼੍ਰੋਮਣੀ ਕਮੇਟੀ ਦਾ। ਉਹਨਾਂ 'ਚੋਂ ਬਹੁਤ ਸਾਰੇ ਜਿਹੜੇ ਨੇ ਉਹ ਨਸ਼ਿਆਂ ਨਾਲ ਜੁੜੇ ਹੋਏ ਨੇ, ਉਹਨਾਂ ਦੇ ਘਰਾਂ ਵਿੱਚ ਨਸ਼ੇ ਨੇ, ਆਪ ਉਹ ਬਹੁਤ ਸਾਰੇ ਨਸ਼ੇ ਕਰਦੇ ਨੇ। ਡਰੱਗਸ ਦਾ ਧੰਦਾ ਵੀ ਇਹਨਾਂ ਲੋਕਾਂ ਕੋਲ ਹੈਗਾ। ਜਿਹੜੇ ਆਪ ਇਨਵੋਲਵ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ? ਬਿਲਕੁਲ ਪੂਰੀ ਤਰ੍ਹਾਂ ਇਨਵੋਲਵ ਨੇ। ਇੱਥੋਂ ਤੱਕ ਕਿਸੇ ਸੱਜਣ ਨੇ ਦੱਸਿਆ ਸੀ ਕਿ ਪੁਲਿਸ ਅਫਸਰ ਇਹ ਗੱਲ ਕਹਿ ਰਹੇ ਨੇ ਕਿ ਸਾਡੀਆਂ ਡਿਊਟੀਆਂ ਲੱਗਦੀਆਂ ਨੇ ਕਿ ਸਮਾਨ ਅੱਗੇ ਪਹੁੰਚਾ ਦਿਓ। ਅੱਛਾ ਜੀ। ਹੋਰ ਇਹਦੇ ਉੱਤੇ ਹੁਣ ਨਿਗਾਰ ਅਸੀਂ ਕੀ ਕਹਿ ਸਕਦੇ ਹਾਂ? ਠੀਕ ਹੈ। ਅਤੇ ਤੁਸੀਂ ਮਤਲਬ ਸੋਚ ਰਹੇ ਆ ਵੀ ਜਿਹੜਾ ਸਾਡਾ ਜਿਹੜਾ ਸਿਸਟਮ ਆ, ਇਹ ਢਾਂਚਾ ਜਿਹੜਾ ਇਹ ਕਰਪਟ ਹੋ ਚੁੱਕਾ, ਜਿਹੜੇ ਅਸੀਂ ਪੂਰੀ ਤਰ੍ਹਾਂ ਕਰਪਟ ਹੋ ਚੁੱਕਾ। ਸਾਧਵਾਦ ਸਾਡੇ 'ਚ ਬਹੁਤ ਵੜ ਚੁੱਕਾ। ਜੋ ਪੈਦਾਇਸ਼ ਤਾਂ ਕਾਂਸ਼ੀ ਦੀ ਹੈ ਅਤੇ ਸਾਨੂੰ ਕਹਾਣੀਆਂ ਸੁਣਾ ਕੇ ਉਹ ਇਹ ਕਹਿੰਦੇ ਨੇ, ਜਿਸ ਤਰ੍ਹਾਂ ਨਿਰਮਲੇ ਹੋ ਗਏ, ਉਦਾਸੀ ਹੋ ਗਏ, ਉਹਨਾਂ ਦੀਆਂ ਜਿਹੜੀਆਂ ਕਹਾਣੀਆਂ ਨੇ ਉਹ ਜਦੋਂ ਅਸੀਂ ਵਿਚਾਰਦੇ ਹਾਂ, ਜਦੋਂ ਤੱਥਾਂ 'ਤੇ ਦੇਖਦੇ ਹਾਂ ਤਾਂ ਨਿਰਮੂਲ ਹੀ ਪੂਰੀਆਂ ਝੂਠੀਆਂ ਸਾਬਤ ਹੁੰਦੀਆਂ ਨੇ। ਠੀਕ ਹੈ। ਅਤੇ ਜਿਸ ਤਰੀਕੇ ਦੇ ਨਾਲ ਤੁਸੀਂ ਗੱਲ ਕੀਤੀ ਆ ਵੀ ਗੁਰਦੁਆਰੇ ਦੇ ਵਿੱਚ ਜਿਹੜਾ ਜੋ ਕੁਛ ਹੋਣਾ ਚਾਹੀਦਾ ਉਹ ਨਹੀਂ ਹੋ ਰਿਹਾ, ਅਤੇ ਤੁਸੀਂ ਉਹਦੇ ਬਾਰੇ ਕਿਸ ਤਰ੍ਹਾਂ ਡਿਸਕਰਾਈਬ ਕਰਦੇ ਜੇ ਵੀ ਕਿਹੜੀ ਚੀਜ਼ ਨਹੀਂ ਹੋਣੀ ਚਾਹੀਦੀ ਸੀ ਅਤੇ ਕਿਹੜੀ ਚੀਜ਼ ਹੋਣੀ ਚਾਹੀਦੀ ਸੀ? ਗੁਰਬਾਣੀ ਜਿਹੜੀ ਹੈ ਉਹ ਗਿਆਨ ਆ, ਕੋਈ ਕਾਰਵਾਈ ਨਹੀਂ। ਠੀਕ ਆ। ਗਿਆਨ ਅੰਦਰ ਹਾਸਲ ਕੀਤਾ ਜਾਂਦਾ ਹੈ ਅਤੇ ਉਹਨੂੰ ਗੁਰੂ ਸਾਹਿਬ ਦੇ ਵੇਲੇ 'ਚ ਸੰਗਤਾਂ ਬਣਾਈਆਂ ਜਾਂਦੀ, ਧਰਮਸ਼ਾਲ ਕਿਹਾ ਜਾਂਦਾ ਸੀ। ਅਤੇ ਇਹ ਧਰਮਸ਼ਾਲ ਦੇ ਵਿੱਚ ਧਰਮ ਸਿੱਖਣ ਵਾਸਤੇ ਹੈ। ਜਿਸ ਤਰ੍ਹਾਂ ਸਕੂਲ ਪਾਠਸ਼ਾਲਾ ਕਿਹਾ ਜਾਂਦਾ, ਪਾਠਸ਼ਾਲਾ ਨਾਰਮਲ ਜਿਹੜੀ ਹੈ ਕਿ ਆਪਣੀ ਦੁਨਿਆਵੀ ਵਿੱਦਿਆ ਸਿੱਖਣ ਵਾਸਤੇ ਹੈ, ਅਤੇ ਧਰਮ ਦੀ ਵਿੱਦਿਆ ਸਿੱਖਣ ਵਾਸਤੇ ਧਰਮਸ਼ਾਲਾ ਸੀ, ਜਿਹਨੂੰ ਬਾਅਦ 'ਚ ਅਸੀਂ ਗੁਰਦੁਆਰਾ ਕਿਹਾ। ਵਿੱਚ ਇੱਕ ਨੌਵੇਂ ਪਾਤਸ਼ਾਹ ਦੇ ਵੇਲੇ ਉਹਦਾ ਨਾਂ ਸੰਗਤ ਵੀ ਆਉਂਦਾ। ਸੰਗਤਾਂ ਇਕੱਠੀਆਂ ਹੋ ਕੇ ਆਪਸ 'ਚ ਵਿਚਾਰ ਵਟਾਂਦਰਾ ਕਰਦੀਆਂ ਸੀ ਕਿ ਅਸੀਂ ਕਿਸ ਤਰ੍ਹਾਂ ਤੁਰਨਾ, ਸਾਨੂੰ ਗੁਰੂ ਕੀ ਕਹਿ ਰਿਹਾ ਅਤੇ ਉਸ ਅਕਾਲ ਪੁਰਖ ਦੇ ਗੁਣ ਕੀ ਨੇ। ਜਿਹੜੇ ਗੁਣ ਅਸੀਂ ਡਿਸਕਸ ਕਰਾਂਗੇ, ਜਿਹੜੀ ਚੀਜ਼ ਉੱਤੇ ਅਸੀਂ ਧਿਆਨ ਦਿਆਂਗੇ, ਉਹ ਆਟੋਮੈਟਿਕਲੀ ਅਸੀਂ ਅਡੋਪਟ ਕਰਾਂਗੇ। ਅੱਛਾ, ਤੁਸੀਂ ਸ਼ਬਦ ਯੂਜ਼ ਕੀਤਾ ਵੀ ਗੁਰੂ ਪਾਤਸ਼ਾਹ ਦੇ ਵੇਲੇ ਸੰਗਤਾਂ ਜਿਹੜੀਆਂ ਸੀ ਉਹ ਇਕੱਠੀਆਂ ਹੁੰਦੀਆਂ ਸਨ, ਅਤੇ ਅੱਜ ਵੀ ਗੁਰੂ ਪਾਤਸ਼ਾਹ ਸਾਡੇ ਕੋਲ ਮੌਜੂਦ ਨੇ, ਅਤੇ ਜਿਹੜੀਆਂ ਹੁਣ ਸੰਗਤਾਂ ਇਕੱਠੀਆਂ ਹੁੰਦੀਆਂ ਇਹਨਾਂ ਦੇ ਵਿੱਚ ਅਤੇ ਉਹ ਜਿਹੜੀਆਂ ਪੁਰਾਣੀਆਂ ਸਮੇਂ ਦੀਆਂ ਸੰਗਤਾਂ ਸੀ ਉਹਨਾਂ 'ਚ ਕੀ ਅੰਤਰ? ਮੈਂ ਇਹ ਮਹਿਸੂਸ ਕਰ ਰਿਹਾ ਕਿ ਸੰਗਤਾਂ ਅੱਗੇ ਜਦੋਂ ਇਕੱਠੀਆਂ ਹੁੰਦੀਆਂ ਸੀ ਅਤੇ ਉਹਨਾਂ ਦੇ ਵਿੱਚ ਗੁਰੂ ਸਾਹਿਬ ਦੇ ਰੂਪ ਭਾਵੇਂ ਕਿਤੇ ਨਹੀਂ ਸੀ ਹੁੰਦੇ, ਪਰ ਲੇਕਿਨ ਉਹਨਾਂ 'ਚ ਗੁਰੂ ਹਰ ਵੇਲੇ ਮੌਜੂਦ ਰਹਿੰਦਾ ਸੀ, ਗਿਆਨ ਰੂਪ ਦੇ ਵਿੱਚ। ਉਹ ਗੱਲ ਹੀ ਗਿਆਨਤੀ ਕਰਦੇ ਸੀ। ਗੁਰੂ ਸਾਹਿਬ ਨੇ ਆਹ ਸ਼ਬਦ ਰਚਿਆ, ਇਹਦਾ ਮਤਲਬ ਕੀ ਹੈ, ਕਿ ਅਕਾਲ ਪੁਰਖ ਦੇ ਗੁਣ ਕੀ ਨੇ, ਉਹ ਗੁਰੂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਸੀ। ਅੱਜ ਸਾਡਾ ਹਾਲ ਇਹ ਹੋ ਗਿਆ ਕਿ ਅਸੀਂ ਗੁਰੂ ਹੀ ਮਿਸ ਕਰ ਬੈਠੇ ਹਾਂ। ਠੀਕ ਹੈ। ਅਤੇ ਜਿਹੜਾ ਮਤਲਬ ਸੰਗਤ ਆ, ਸੰਗਤ ਦਾ ਕਨਸੈਪਟ ਜਿਹੜਾ ਕੀ ਹੈ? ਸੰਗਤ ਇੱਕ ਇਕੱਠ ਨੂੰ ਕਿਹਾ ਜਾਂਦਾ ਜਾਂ ਸੰਗਤ ਕਿਸੇ ਸਿਧਾਂਤ ਦਾ ਨਾਮ ਹੈ? ਜਿਸ ਤਰ੍ਹਾਂ ਹੁਣ ਮੈਂ ਤੁਹਾਡੀ ਸੰਗਤ ਕਰ ਰਿਹਾ, ਅਸੀਂ ਆਪਸ 'ਚ ਜਦੋਂ ਵਿਚਾਰ ਇਕੱਠੇ ਬਹਿੰਦੇ ਹਾਂ, ਸੰਗ ਕਰਦੇ ਹਾਂ, ਅਤੇ ਉਹ ਸੰਗ ਦੇ ਵਿੱਚ ਜਿਹੜੀ ਵਿਚਾਰ ਵਟਾਂਦਰਾ ਹੁੰਦਾ, ਜਿਹੜਾ ਸਾਡਾ ਰਸਤਾ ਬਣਦਾ, ਉਹ ਰਸਤੇ ਦੇ ਨਾਲ, ਇੱਕ ਰਸਤੇ 'ਤੇ ਚੱਲਣ ਵਾਲੇ ਜਿਹੜਾ ਅਕਾਲ ਪੁਰਖ ਦੇ ਨਾਂ ਦੇ ਨਾਲ, ਧਰਮ ਦੇ ਨਾਲ ਜਿਹੜਾ ਇਕੱਠ ਹੁੰਦਾ, ਧਰਮ ਦੀ ਗੱਲ ਕਰਨ ਵਾਲਾ, ਉਹ ਅਸੀਂ ਉਹਨੂੰ ਸੰਗਤ ਕਹਿ ਸਕਦੇ ਹਾਂ। ਬਾਕੀ ਸਿਰਫ ਇਕੱਠ ਆ। ਅੱਛਾ, ਇਹਦਾ ਮਤਲਬ ਭਈ ਸੰਗਤ ਐਸੀ ਹੋਣੀ ਚਾਹੀਦੀ ਆ ਜੇ ਮਤਲਬ ਅਸੀਂ ਸਾਰੇ ਜਾਣੇ ਇੱਕ ਸੁਰ ਵਿੱਚ ਇੱਕ ਸੱਚ ਨੂੰ ਸੰਗਤ ਐਸੀ ਜਾਣੀਏ ਜਿੱਥੇ ਇੱਕੋ ਨਾਮ ਵਖਾਣੀਏ। ਜੇ ਉਸ ਅਕਾਲ ਪੁਰਖ ਦੀ ਹੋਂਦ ਦੀ ਗੱਲ, ਉਹਦੇ ਗੁਣਾਂ ਦੀ ਗੱਲ ਹੋ ਰਹੀ ਹੈ, ਅਤੇ ਫਿਰ ਸੰਗਤ ਹੈ। ਨਹੀਂ ਤਾਂ ਫਿਰ ਕੀ ਅਸੀਂ ਗੱਪਾਂ ਮਾਰ ਮੁਰ ਕੇ ਤੇ ਲੰਗਰ ਪਾਣੀ ਛਕ ਕੇ ਘਰ ਨੂੰ ਚੱਲ ਜਾਂਦੇ। ਤੁਹਾਡਾ ਕਹਿਣ ਤੋਂ ਮਤਲਬ ਭਈ ਸੰਗ ਉਹਦਾ ਕਰਨਾ ਜਿਸ ਦਾ ਸੰਗ ਕਰਨ ਦੇ ਨਾਲ ਅਸੀਂ ਕਰਮਕਾਂਡਾਂ ਤੋਂ ਜਿਹੜੀ ਆ ਉਹ ਮੁਕਤੀ ਲੈ ਲਈਏ। ਬਿਲਕੁਲ ਕਿ ਜੇ ਗੁਰੂ ਉਪਦੇਸ਼ ਜਿਹੜਾ ਹੈ, ਗਿਆਨ ਇਹੋ ਹੀ ਕਹਿੰਦਾ ਕਿ ਸੱਚ ਦੇ ਮਗਰ ਚੱਲਣਾ, ਅਤੇ ਜਿਹੜਾ ਬਾਕੀ ਰਵਾਇਤਾਂ ਨੇ ਉਹਨਾਂ ਨੂੰ ਤੁਸੀਂ ਛੱਡਣਾ। ਠੀਕ ਹੈ। ਲੋਕਾਈ ਦੀ ਪਰਵਾਹ ਕੀਤੇ ਬਗੈਰ, ਦੁਨੀਆ ਦੀ ਪਰਵਾਹ ਕੀਤੇ ਬਗੈਰ ਅਸੀਂ ਅੱਗੇ ਵਧਣਾ। ਠੀਕ ਹੈ। ਪਰ ਅਸੀਂ ਸਭ ਤੋਂ ਪਹਿਲਾਂ ਉਹ ਕੰਮ ਕਰਦੇ ਹਾਂ ਜਿਹੜਾ ਲੋਕੀ ਖੁਸ਼ ਹੋਣ। ਸਾਨੂੰ ਲੋਕਾਂ ਦਾ ਡਰ ਰਹਿੰਦਾ। ਜੇ ਅਸੀਂ ਕੋਈ ਚੰਗਾ ਕੰਮ ਕਰ ਰਹੇ ਹਾਂ ਅਤੇ ਪਹਿਲਾਂ ਵੇਖੀਏ, ਲੋਕੀ ਧਿਆਨ ਮਾਰ ਕੇ ਵੇਖੀਏ ਕਿ ਸਾਨੂੰ ਵੇਖ ਰਿਹਾ, ਜਿਹੜਾ ਵੇਖ ਰਿਹਾ ਸਾਨੂੰ ਕੀ ਕਹਿ ਰਿਹਾ। ਸਾਨੂੰ ਲੋਕਾਂ ਦੀ ਪਰਵਾਹ ਜ਼ਿਆਦਾ, ਸਾਨੂੰ ਆਪਣੇ ਦੀ ਪਰਵਾਹ ਘੱਟ ਆ। ਗੁਰੂ ਨਾਰਾਜ਼ ਹੋ ਜਾਏ, ਸਾਨੂੰ ਬਹੁਤਾ ਫਿਕਰ ਨਹੀਂ। ਸਾਡਾ ਭਲਾ ਨਾ ਹੋਵੇ, ਸਾਡੀ ਆਤਮਾ ਜਿਹੜੀ ਆ ਉਹ ਡਿਵੈਲਪ ਨਾ ਹੋਵੇ, ਸਾਨੂੰ ਉਸ ਗੱਲ ਦਾ ਪਰਵਾਹ ਨਹੀਂ, ਸਾਨੂੰ ਲੋਕਾਂ ਦੀ ਪਰਵਾਹ ਆ। ਤੁਹਾਡਾ ਕਹਿਣ ਤੋਂ ਮਤਲਬ ਹੈ ਵੀ ਜਿਹੜਾ ਜੋ ਅਸੀਂ ਕਰ ਰਹੇ ਹਾਂ, ਅਸੀਂ ਸਿਰਫ
ਦੂਸਰੇ ਦੀ ਖੁਸ਼ੀ ਲੈਣ ਵਾਸਤੇ ਕਰ ਰਹੇ ਹਾਂ, ਵਿਖਾਵਾ ਮਾਤਰ ਕਰ ਰਹੇ ਹਾਂ, ਜੋ ਕਿ ਗੁਰਮਤਿ ਸਿਧਾਂਤ ਅਨੁਸਾਰ ਨਹੀਂ ਕਰ ਰਹੇ। ਗੁਰਮਤਿ ਤਾਂ ਇਹ ਕਹਿੰਦੀ ਹੈ ਕਿ ਤੁਸੀਂ ਆਪਣਾ ਆਪ ਧੋਣਾ, ਤੁਸੀਂ ਆਪਣਾ ਆਪ ਸਵਾਰਨਾ। ਠੀਕ ਹੈ। ਜਦੋਂ ਆਪ ਸਵਾਰੋਗੇ ਦੂਜਿਆਂ ਨੂੰ ਸਵਾਰ ਸਕੋਗੇ। ਪਰ ਲੇਕਿਨ ਅਸੀਂ ਤਾਂ ਆਪਣਾ ਆਪ ਹੀ ਨਹੀਂ ਸਵਾਰਦੇ, ਅਸੀਂ ਤਾਂ ਲੋਕਾਂ ਨੂੰ ਵੇਖਦੇ ਹਾਂ ਕਿ ਉਹ ਸਾਨੂੰ ਚੰਗਾ ਕਹਿਣ। ਚੰਗਾ ਬਣਨਾ ਨਹੀਂ, ਅਸੀਂ ਚੰਗਾ ਕਹਾਉਣਾ ਚਾਹੁੰਦੇ ਹਾਂ। ਠੀਕ ਹੈ। ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਦਾਂ ਤੁਸੀਂ ਕਹਿੰਦੇ ਹੋ ਵੀ ਤੁਸੀਂ ਆਲ ਓਵਰ ਕਈ ਜਗ੍ਹਾ 'ਤੇ ਗਏ ਜੇ, ਅਤੇ ਕੋਈ ਐਸਾ ਵੀ ਤੁਸੀਂ ਕਿਤੇ ਦੇਖਿਆ ਵੀ ਜਿੱਥੇ ਗੁਰਮਤਿ ਅਨੁਸਾਰ ਕੰਮ ਹੋ ਦੇਖਿਆ ਨਹੀਂ, ਪਰ ਮੈਂ ਸੁਣਿਆ ਜ਼ਰੂਰ ਹੋਇਆ ਕਿ ਥਾਈਲੈਂਡ ਦੇ ਵਿੱਚ ਸੰਗਤਾਂ ਕਾਫੀ ਜਿਹੜੀਆਂ ਨੇ ਸੁਚੇਤ ਨੇ। ਅੱਛਾ ਜੀ। ਅਤੇ ਜੇ ਕੋਈ ਮੇਰੇ ਵਰਗਾ ਪ੍ਰਚਾਰਕ ਆ ਕੇ ਕੋਈ ਕਹਾਣੀ, ਕੋਈ ਗਲਤ ਗੱਲ ਕਹਿ ਜਾਂਦਾ ਅਤੇ ਉਹ ਕਾਪੀਆਂ ਉਹਨਾਂ ਨੇ ਨਾਲ ਰੱਖੀਆਂ ਹੁੰਦੀਆਂ ਨੇ ਅਤੇ ਉਹ ਨੋਟ ਕਰ ਲੈਂਦੇ ਆ। ਅਤੇ ਜਦੋਂ ਪ੍ਰਚਾਰਕ ਆਪਣੇ ਕਮਰੇ 'ਚ ਪਹੁੰਚਦਾ ਅਤੇ ਉਹਨੂੰ ਜਾ ਕੇ ਪੁੱਛ ਲੈਂਦੇ, ਭਾਈ ਸਾਹਿਬ ਆਹ ਗੁਰਬਾਣੀ ਮੁਤਾਬਕ ਸਾਨੂੰ ਦੱਸੋ, ਸਾਨੂੰ ਸਮਝ ਨਹੀਂ ਆਈ। ਇਹਦਾ ਮਤਲਬ ਇਹ ਆ ਵੀ ਉੱਥੇ ਕੋਈ ਵੀ ਪ੍ਰਚਾਰਕ ਜਿਹੜਾ ਜਾਂਦਾ ਆ, ਸੰਗਤ ਉਹਨੂੰ ਸਵਾਲ ਕਰਦੀ ਆ, ਉਹਨੂੰ ਸਵਾਲ ਕਰਦੀ ਹੈ। ਅਤੇ ਬਾਕੀ ਗੁਰਦੁਆਰਿਆਂ ਦੇ ਵਿੱਚ ਸਵਾਲ ਕਰਨਾ ਮਨ੍ਹਾ। ਅਤੇ ਇਸ ਸਿਸਟਮ ਨੂੰ ਕਿਸ ਤਰ੍ਹਾਂ ਲਾਗੂ ਕੀਤਾ ਜਾ ਸਕਦਾ ਹਰ ਗੁਰਦੁਆਰਾ ਸਾਹਿਬ ਦੇ ਵਿੱਚ? ਪਹਿਲੀ ਗੱਲ ਤਾਂ ਇਹ ਹੈ ਕਿ ਸਾਡੇ ਪ੍ਰਬੰਧਕ ਆਪ ਸੁਧਰਨ, ਕਬਜ਼ਿਆਂ ਦਾ ਸਿਲਸਿਲਾ ਛੱਡਣ, ਚੌਧਰ ਛੱਡਣ। ਸਾਨੂੰ ਕਨਸਟੀਟਿਊਸ਼ਨ ਇਹੋ ਜਿਹਾ ਬਣਾਉਣਾ ਚਾਹੀਦਾ ਕਿ 5 ਸਾਲ ਬਾਅਦ, 4 ਸਾਲ ਬਾਅਦ ਜਦੋਂ ਇਲੈਕਸ਼ਨ ਹੋਣੀ ਹੈ, 2 ਸਾਲ ਬਾਅਦ ਇਲੈਕਸ਼ਨ ਹੋਣੀ ਹੈ, ਇੱਕ ਬੰਦਾ ਜ਼ਿਆਦਾ ਤੋਂ ਜ਼ਿਆਦਾ 2 ਸਾਲ, 3 ਸਾਲ, 4 ਸਾਲ ਰਹਿ ਸਕੇ। ਉਸ ਤੋਂ ਬਾਅਦ ਚੌਧਰੀ ਨਾ ਰਵੇ, ਉਹ ਹਮੇਸ਼ਾ ਬਦਲ ਦਿੱਤਾ ਜਾਏ। ਅਤੇ ਉਹਦੇ ਨਾਲ ਹੈ ਕਿ ਜੋ ਮੈਂ ਸੋਚ ਰਿਹਾ, ਜਦੋਂ ਮੈਂ ਆਵਾਂਗਾ ਮੈਂ ਉਹ ਚੀਜ਼ਾਂ ਨੂੰ ਡਿਵੈਲਪ ਕਰਨ ਦੀ ਕੋਸ਼ਿਸ਼ ਕਰਾਂਗਾ। ਦੂਜੀ ਵਾਰ ਜਿਹੜੀਆਂ ਮੇਰੀਆਂ ਕਮੀਆਂ ਨੇ ਉਹ ਦੂਜੇ ਬੰਦੇ ਜਿਹੜੇ ਹੈ ਉਹ ਨੈਕਸਟ ਟਾਈਮ ਆਉਣਗੇ, ਉਹ ਉਹਨਾਂ ਨੂੰ ਡਿਵੈਲਪ ਕਰਨਗੇ ਜੋ ਉਹ ਬਿਹਤਰ ਹੋਰ ਸਮਝਦੇ ਨੇ। ਇਸ ਤਰ੍ਹਾਂ ਸਟੈਪ ਬਾਈ ਸਟੈਪ ਅਸੀਂ ਅੱਗੇ ਵਧਾਂਗੇ। ਸਾਨੂੰ ਆਪਣੀ ਪਨੀਰੀ ਸੰਭਾਲਣ ਦੀ ਲੋੜ ਹੈ। ਅਸੀਂ ਤਾਂ ਆਪਸ 'ਚ ਪੱਗਾਂ ਲਾਉਣ ਅਤੇ ਗੁਰਦੁਆਰੇ ਦੇ ਕਬਜ਼ਿਆਂ ਦੇ ਵਿੱਚ ਅਦਾਲਤਾਂ ਤੱਕ ਜਾਂਦੇ ਹਾਂ, ਅਤੇ ਬੱਚੇ ਸਾਡੇ ਉਸੇ ਤਰ੍ਹਾਂ ਦੌੜ ਜਾਂਦੇ ਨੇ ਅਤੇ ਲੜਦੇ ਰਹਿੰਦੇ ਨੇ। ਅੱਛਾ, ਜੇ ਮੌਜੂਦਾ ਸਮੇਂ ਵਿੱਚ ਅਸੀਂ ਦੇਖੀਏ ਅਤੇ ਜੇ ਜਿਹੜੀ ਨੌਜਵਾਨ ਸਾਡੀ ਪੀੜ੍ਹੀ ਆ, ਅਸੀਂ ਉਹਨੂੰ ਨਾਲ ਨਹੀਂ ਜੋੜ ਸਕੇ, ਇਹ ਇੱਕ ਬੜਾ ਵੱਡਾ ਜਨਰੇਸ਼ਨ ਗੈਪ ਕਹਿ ਲਓ, ਕੁਛ ਵੀ ਕਹਿ ਲਓ ਇਹਨੂੰ, ਅਤੇ ਇਹ ਪੈਂਦਾ ਜਾ ਰਿਹਾ। ਅਤੇ ਅਸੀਂ ਨੌਜਵਾਨ ਪੀੜ੍ਹੀ ਨੂੰ ਕਿਸ ਤਰ੍ਹਾਂ ਮੋੜ ਕੇ ਗੁਰਮਤਿ ਸਿਧਾਂਤ ਨਾਲ ਜੋੜ ਸਕਦੇ ਹਾਂ? ਗੱਲ ਇਸ ਤਰ੍ਹਾਂ ਕਿ ਜੇ ਅਸੀਂ ਪਹਿਲਾਂ ਤਾਂ ਆਪ ਸਮਝਣ ਦੀ ਕੋਸ਼ਿਸ਼ ਕਰੀਏ, ਸਾਨੂੰ ਉਹਨਾਂ ਨੇ ਫਾਲੋ ਕਰਨਾ। ਦੂਜਾ ਇਹ ਹੈ ਕਿ ਅਸੀਂ ਬੱਚਿਆਂ ਨੂੰ ਆਪ ਜਪਜੀ ਨੂੰ ਪੂਰੀ ਤਰ੍ਹਾਂ ਪਹਿਲਾਂ ਸਮਝੀਏ, ਕਿਉਂਕਿ ਜਪਜੀ ਜਿਹੜਾ ਹੈ ਇਹ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਮੂਲ ਸਿਧਾਂਤ ਇਹਦੇ ਵਿੱਚ ਆ, ਅਤੇ ਅੱਗੋਂ ਜਾ ਕੇ ਐਕਸਪਲੇਨ ਆ। ਠੀਕ ਹੈ। ਜੇਕਰ ਅਸੀਂ ਮੈਂ ਇਹ ਮਹਿਸੂਸ ਕੀਤਾ ਕਿ ਪੜ੍ਹਦੇ ਅਸੀਂ ਪਤਾ ਨਹੀਂ ਕਿੰਨੀ ਵਾਰੀ ਦਿਹਾੜੀ 'ਚ ਜਪਜੀਆਂ, ਸੁਖਮਨੀ ਵੀ ਪੜ੍ਹਦੇ ਹਾਂ, ਹੋਰ ਵੀ ਬਾਣੀਆਂ ਪੜ੍ਹੀ ਜਾਂਦੇ ਹਾਂ, ਪਰ ਲੇਕਿਨ ਸਾਨੂੰ ਜਪਜੀ ਦੀ ਸਮਝ ਹੀ ਨਹੀਂ ਆ ਸਕੀ। ਠੀਕ ਹੈ। ਅੱਜ ਆਪ ਸਮਝੀਏ, ਬੱਚਿਆਂ ਨੂੰ ਸਮਝਾ ਲਈਏ। ਜਦੋਂ ਬੱਚਿਆਂ ਨੂੰ ਤੇ ਜਪਜੀ ਦੀ ਸਮਝ ਲੱਗ ਗਈ, ਗੁਰੂ ਸਾਹਿਬ 'ਚ ਹੁਕਮ ਕੀ ਕਰਦੇ ਨੇ, ਬਣਾਉਣਾ ਸਾਨੂੰ ਕੀ ਚਾਹੁੰਦੇ ਨੇ, ਸਚਿਆਰ ਬਣਾਉਣਾ ਚਾਹੁੰਦੇ ਨੇ। ਜੇ ਅਸੀਂ ਖੁਦ ਸਚਿਆਰ ਬਣਾਂਗੇ ਤੇ ਬੱਚਿਆਂ ਨੂੰ ਸਚਿਆਰ ਬਣਾ ਸਕਾਂਗੇ। ਠੀਕ ਹੈ। ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਬੱਚੇ ਆਉਂਦੇ, ਖਾਸ ਕਰਕੇ ਜਿਹੜੇ ਇਹਨਾਂ ਮੁਲਕਾਂ ਵਿੱਚ ਰਹਿੰਦੇ ਆ, ਉਹ ਉਹਨਾਂ ਵਾਸਤੇ ਲੈਂਗੁਏਜ ਬੈਰੀਅਰ ਆ। ਜਾਂ ਤਾਂ ਸਾਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਵੀ ਅਸੀਂ ਆਪਣੇ ਬੱਚਿਆਂ ਨੂੰ ਜਿਹੜੀ ਗੁਰਮੁਖੀ ਆ ਉਹ ਸਿਖਾਈਏ, ਅਤੇ ਜਾਂ ਸਾਨੂੰ ਜੇ ਹੁਣ ਜਿਹੜੇ ਬੱਚੇ ਨਹੀਂ ਬੋਲ ਸਕਦੇ ਜਾਂ ਸਮਝ ਸਕਦੇ, ਉਹਨਾਂ ਵਾਸਤੇ ਪ੍ਰਚਾਰਕ ਜਿਹੜੇ ਨੇ ਇਸ ਤਰ੍ਹਾਂ ਦੇ ਤਿਆਰ ਕਰਨੇ ਪੈਣਗੇ। ਸਾਨੂੰ ਆਪ ਨੂੰ ਹੀ ਪ੍ਰਚਾਰਕ ਬਣਨਾ ਪੈਣਾ। ਅਸੀਂ ਦੂਜੇ ਤੋਂ ਉਮੀਦ ਘੱਟ ਰੱਖੀਏ। ਠੀਕ ਹੈ। ਥੋੜ੍ਹੀ ਬਹੁਤ ਲੈਂਗੁਏਜ ਜਿੰਨੀ ਸਾਨੂੰ ਆਉਂਦੀ ਹੈ, ਘਰਾਂ ਦੇ ਵਿੱਚ ਥੋੜ੍ਹੀ ਬੱਚਿਆਂ ਨਾਲ ਅਸੀਂ ਪੰਜਾਬੀ ਬੋਲਦੇ ਹਾਂ, ਉਹਨੂੰ ਡਿਵੈਲਪ ਕਰੀਏ, ਉਹਨਾਂ ਨੂੰ ਲਿਖਣੀ ਪੜ੍ਹਨੀ ਸਿਖਾਈਏ। ਇੰਗਲਿਸ਼ ਅਤੇ ਹੋਰ ਲੈਂਗੁਏਜ ਵੀ ਸਾਨੂੰ ਚਾਹੀਦਾ ਕਿ ਜਿਸ ਕੰਟਰੀ 'ਚ ਅਸੀਂ ਬੈਠੇ ਹਾਂ ਉਹਨਾਂ ਦਾ ਅਸੀਂ ਜਿਹੜਾ ਸਮਝਣ ਦੀ ਕੋਸ਼ਿਸ਼ ਕਰੀਏ ਅਤੇ ਬੱਚਿਆਂ ਨਾਲ ਉਹਨਾਂ ਲੈਂਗੁਏਜ 'ਚ ਵੀ ਬਿਹਤਰ ਕਰੀਏ। ਪਰ ਲੇਕਿਨ ਸਾਡੇ ਵਾਸਤੇ ਪੰਜਾਬੀ ਬਹੁਤ ਜ਼ਰੂਰੀ ਆ। ਠੀਕ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਵਿਆਕਰਨ ਦੇ ਜਿਹੜੇ ਨੁਕਤੇ ਨੇ ਉਹ ਉਸੇ ਤਰ੍ਹਾਂ ਹੀ ਸਮਝ ਹੋਣੇ ਨੇ ਜੇਕਰ ਅਸੀਂ ਪੰਜਾਬੀ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ, ਉਸ ਲਿਪੀ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਅਤੇ ਬੱਚਿਆਂ ਨੂੰ ਸਮਝਾ ਸਕਦੇ ਹਾਂ। ਨਹੀਂ ਤਾਂ ਅਸੀਂ ਅਰਥਤਾ ਕਰ ਦਿਆਂਗੇ। ਜਿੱਦਣ ਉਹ ਆਪ ਪੜ੍ਹ ਕੇ ਉਹਨੂੰ ਵਿਆਖਿਆ ਕਰਨ ਲੱਗਣਗੇ, ਜਦੋਂ ਸਮਝਣ ਦੀ ਕੋਸ਼ਿਸ਼ ਕਰਨਗੇ ਵੀ ਇਹ ਔਂਕੜ ਕਿਉਂ ਪਿਆ ਹੋਇਆ, ਸਿਹਾਰੀ ਕਿਉਂ ਪਈ ਹੈ, ਅਤੇ ਫਿਰ ਉਹਨਾਂ ਨੂੰ ਉਹ ਲੈਂਗੁਏਜ ਸਮਝ ਨਹੀਂ ਆਉਣੀ। ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਬੋਲੀਆਂ ਨੇ, ਬਹੁਤ ਸਾਰੀਆਂ ਲੈਂਗੁਏਜ ਹੈਗੀਆਂ ਨੇ। ਸਾਨੂੰ ਆਪ ਨੂੰ ਉਹਨਾਂ ਦੇ ਅਰਥ ਨਹੀਂ ਆਉਂਦੇ। ਅਸੀਂ ਜਿਸ ਤਰ੍ਹਾਂ ਫਾਰਸੀ ਦਾ ਲਫ਼ਜ਼ ਕੋਈ ਹੋਵੇ ਅਤੇ ਉਹਨੂੰ ਪੰਜਾਬੀ ਦੇ ਵਿੱਚ ਅਰਥ ਕਰਨ ਲੱਗ ਜਾਂਦੇ ਹਾਂ, ਜੇ ਪੰਜਾਬੀ ਦਾ ਤਾਂ ਉਹਨੂੰ ਫਾਰਸੀ ਦੇ ਅਰਥ ਕਰਨ ਲੱਗ ਜਾਂਦੇ ਹਾਂ। ਲਿਖਿਆ ਇੱਕੋ ਤਰ੍ਹਾਂ ਹੋਇਆ ਅਤੇ
ਜੇ ਸਾਨੂੰ ਸਮਝ ਨਹੀਂ ਤੇ ਅਸੀਂ ਦੂਜੀ ਲੈਂਗੁਏਜ ਦੇ ਵਿੱਚ ਜੇ ਪ੍ਰਚਾਰ ਵੀ ਕਰਨ ਦੀ ਕੋਸ਼ਿਸ਼ ਕਰੀਏ ਤਾਂ ਕਿਸ ਤਰ੍ਹਾਂ ਸਮਝਾ ਸਕਾਂਗੇ? ਜੇ ਮੌਜੂਦਾ ਅਸੀਂ ਦੇਖੀਏ ਤੇ ਕੀ ਅਸੀਂ ਐਸਾ ਸਿਸਟਮ ਗੁਰਦੁਆਰਾ ਸਾਹਿਬ ਦੇ ਵਿੱਚ ਕ੍ਰੀਏਟ ਕਰ ਸਕਦੇ ਹਾਂ ਵੀ ਅਸੀਂ ਬੱਚਿਆਂ ਨੂੰ ਉੱਥੇ ਐਸੀਆਂ ਕਲਾਸਾਂ ਲਾਈਏ ਕਿ ਇਹ ਮੁਮਕਿਨ ਆ ਜਾਂ ਨਾਮੁਮਕਿਨ ਆ ਜੇ ਮੌਜੂਦਾ ਹਾਲਾਤਾਂ ਨੂੰ? ਨਾਮੁਮਕਿਨ ਤਾਂ ਕੋਈ ਵੀ ਚੀਜ਼ ਨਹੀਂ ਹੈਗੀ, ਪਰ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਜਿਹੜਾ ਮਾਪਿਆਂ ਦਾ ਤੇ ਨਾਲ ਨਾਲ ਜਿਹੜੇ ਸਾਡੇ ਪ੍ਰਬੰਧਕਾਂ ਦਾ। ਕਈ ਥਾਂ ਮੈਂ ਵੇਖਿਆ ਕਿ ਪ੍ਰਬੰਧਕ ਸਿਰਫ ਵਿਖਾਵਾ ਮਾਤਰ ਕਰਨ ਦੀ ਕੋਸ਼ਿਸ਼ ਕਰਦੇ ਨੇ, ਪਰ ਲੇਕਿਨ ਉਹ ਅੱਗੇ ਨੂੰ ਸਿਰੇ ਨਹੀਂ ਚਾੜ੍ਹਦੇ। ਉਹ ਉੱਥੇ ਦੇ ਉੱਤੇ 5-5 4-4 ਸਾਲ ਦੇ ਵਿੱਚ ਬੱਚੇ ਉੱਥੇ ਦੇ ਉੱਥੇ ਘੁੰਮਦੇ ਰਹਿੰਦੇ ਨੇ। 10 ਗੁਰੂਆਂ ਦੇ ਨਾਂ ਯਾਦ ਕਰ ਲਓ, 5 ਪਿਆਰਿਆਂ ਦੇ ਨਾਂ ਯਾਦ ਕਰ ਲਓ, ਜਾਂ 4 ਸਾਹਿਬਜ਼ਾਦਿਆਂ ਦੇ ਨਾਂ ਯਾਦ ਕਰ ਲਓ, ਜਪਜੀ ਦੀਆਂ ਕੁਛ 5 ਪੌੜੀਆਂ ਕਿਸੇ ਨੇ ਕਰ ਲਈਆਂ, ਕਿਸੇ ਨੇ 10 ਕਰ ਲਈਆਂ, ਜਾਂ ਕਿਸੇ ਨੇ ਪੂਰੀ ਜਪਜੀ ਪੜ੍ਹਾ ਦਿੱਤਾ। ਪਰ ਪੜ੍ਹਨ ਨਾਲ ਤਾਂ ਅਸੀਂ ਵੀ ਨਹੀਂ ਸਮਝ ਸਕੇ ਜਦੋਂ ਤੱਕ ਅਸੀਂ ਨਹੀਂ ਸਮਝਿਆ, ਤੇ ਬੱਚਿਆਂ ਨੂੰ ਪੜ੍ਹਾ ਕੇ ਵੀ ਕੀ ਫਾਇਦਾ ਹੋਏਗਾ ਜੇਕਰ ਉਹਨਾਂ ਨੂੰ ਅਸੀਂ ਉਸ ਵੇਲੇ ਦੱਸ ਦਿੰਦੇ ਗੁਰੂ ਸਾਹਿਬ ਇੱਥੇ ਕਹਿ ਕੀ ਰਹੇ ਨੇ। ਮੂਲ ਮੰਤਰ ਦਾ ਅਰਥ ਮੋਟੇ-ਮੋਟੇ ਲਫ਼ਜ਼ਾਂ 'ਚ ਲੋਕੀ ਕਹਿੰਦੇ ਰੱਬ ਇੱਕ ਆ, ਉਹ ਨਿਰਭਉ ਆ, ਨਿਰਵੈਰ ਆ। ਇਹ ਤਾਂ ਮਾਮੂਲੀ ਜਿਹੀ ਗੱਲ ਹੈ, ਉਹਦੇ ਪਿੱਛੇ ਬਹੁਤ ਵੱਡਾ ਫਲਸਫਾ ਹੈ। ਉਹਨੂੰ ਸਾਨੂੰ ਖੁਦ ਨੂੰ ਸਮਝਣ ਦੀ ਲੋੜ ਆ ਤੇ ਉਹਨੂੰ ਸਮਝਾਉਣ ਦੀ ਲੋੜ ਆ। ਜਦੋਂ ਮੈਂ ਆਪਣੇ 2 ਬੱਚਿਆਂ ਨੂੰ, ਮੇਰੇ ਲੜਕੇ ਨੇ ਤੇ ਮੇਰਾ ਦੋਸਤ ਆ, ਉਹਦੀਆਂ 3 ਲੜਕੀਆਂ ਨੇ, ਮੈਂ ਤਿੰਨਾਂ ਨੂੰ 5 ਨੂੰ ਇਕੱਠਿਆਂ ਬਿਠਾ ਕੇ ਜਪਜੀ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਉਚਾਰਨ ਸਿਖਾਇਆ, ਉਚਾਰਨ ਦੇ ਨਾਲ ਨਾਲ ਉਹਨਾਂ ਨੂੰ ਬਰੀਫਲੀ ਕਿ ਮੂਲ ਮੰਤਰ ਦਾ ਅਰਥ ਡੀਪਲੀ ਹੈ ਕੀ ਹੈ। ਤੇ ਫਿਰ ਮੈਂ ਬਾਣੀ ਦੇ ਵਿੱਚ ਗੁਰੂ ਸਾਹਿਬ ਜਿਹੜੇ ਸੈੱਟ ਬਣੇ ਹੋਏ ਨੇ ਪੌੜੀਆਂ ਦੇ, ਉਹਨਾਂ ਦੇ ਵਿੱਚ ਵਿਆਖਿਆ ਕੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਕੀ ਦੱਸਣਾ ਚਾਹੁੰਦੇ ਨੇ ਸਾਨੂੰ, ਉਹ ਮੈਂ ਕੁਛ ਥੋੜ੍ਹਾ ਮਾਮੂਲੀ ਜਿਹਾ ਥੋੜ੍ਹਾ ਜਿਹਾ ਉਹਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ। ਬੱਚਿਆਂ ਦਾ ਇੰਟਰਸਟ ਬਣਿਆ, ਉਹ ਅੱਗੋਂ ਸਾਨੂੰ ਪੁੱਛਦੇ ਨੇ ਕਿ ਅੱਗੋਂ ਕੀ ਆ। ਅੱਛਾ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਵੀ ਤੁਸੀਂ ਆਪ ਖੁਦ ਇਹ ਕੋਸ਼ਿਸ਼ ਕਰ ਰਹੇ ਆ, ਅਤੇ ਜਿਹੜੇ ਹੁਣ ਆਮ ਪੇਰੈਂਟਸ ਨੇ ਉਹ ਕਹਿੰਦੇ ਸਾਨੂੰ ਪਤਾ ਨਹੀਂ ਗਾ ਭਈ ਸਾਨੂੰ ਆਪ ਨੂੰ ਨਹੀਂ ਪਤਾ, ਅਸੀਂ ਚਾਹੁੰਦੇ ਹਾਂ ਸਾਡੇ ਬੱਚਿਆਂ ਨੂੰ ਪਤਾ ਲੱਗੇ, ਉਹ ਕੀ ਕਰਨ? ਗੱਲ ਇਸ ਤਰ੍ਹਾਂ ਕਿ ਅਸੀਂ ਉਪਰਾਲਾ ਕੀਤਾ ਸਿੰਘ ਸਭਾ ਰਾਹੀਂ ਇੱਥੇ, ਅਤੇ ਮੈਂ ਹੋਰ ਵੀ ਕੰਟਰੀਆਂ ਦੇ ਵਿੱਚ ਅਸੀਂ ਇੱਥੋਂ ਸੀਡੀਆਂ ਭੇਜੀਆਂ ਨੇ, ਅਤੇ ਮੈਂ ਆਪਣੇ ਸਵਿਟਜ਼ਰਲੈਂਡ ਅਤੇ ਹੋਰ ਜਰਮਨ ਵਗੈਰਾ ਆਸਟਰੀਆ ਉਧਰੇ ਸੀਡੀਆਂ ਦਿੱਤੀਆਂ ਨੇ। ਜਪਜੀ ਦਾ ਉਚਾਰਨ ਅਤੇ ਉਹਦੇ ਅਰਥ ਗਿਆਨੀ ਹਰਭਜਨ ਸਿੰਘ ਉਹਨਾਂ ਦੇ ਕੀਤੇ ਹੋਏ ਨੇ, ਅਤੇ ਉਹ ਤਕਰੀਬਨ 38 ਕੁ ਘੰਟੇ ਦੀ ਸੀਡੀ ਹੈ। ਜਿਹੜਾ ਸੱਜਣ ਚਾਹਵੇ ਸਾਨੂੰ ਅਪਰੋਚ ਕਰੇ, ਟੈਲੀਫੋਨ, ਈਮੇਲ, ਜਿਸ ਤਰ੍ਹਾਂ ਵੀ ਉਹ ਸਾਡੇ ਤੱਕ ਪਹੁੰਚ ਸਕਦਾ, ਸਾਨੂੰ ਦੱਸੇ। ਦੁਨੀਆ ਭਰ ਦੇ ਵਿੱਚ ਅਸੀਂ ਉਹਨੂੰ ਸੀਡੀਆਂ ਭੇਜਾਂਗੇ, ਆਨੰਦ ਸਾਹਿਬ ਦੀ, ਜਪਜੀ ਦੀ, ਇਸ ਵਿਆਖਿਆ ਜਿਹੜੀ ਹੈ ਉਹ ਪੂਰੀ ਦੀ ਪੂਰੀ ਭੇਜਾਂਗੇ। ਮੇਰੇ ਕੋਲ ਇੱਕ ਇੰਡੀਆ ਤੋਂ ਚੌਥਾ ਕਲਾ ਤੋਂ ਇੱਕ ਪ੍ਰਚਾਰਕ ਨੇ ਜਿਨ੍ਹਾਂ ਨੇ ਵਿਆਕਰਨ ਨੂੰ ਬਹੁਤ ਸੋਹਣਾ ਖੋਲ੍ਹਿਆ ਹੋਇਆ, ਉਹ ਸੀਡੀਆਂ ਮੈਂ ਇੱਥੇ ਲੈ ਕੇ ਆਇਆ ਹਾਂ। ਮੇਰਾ ਖਿਆਲ ਸਿੰਘ ਸਭਾ ਕੈਨੇਡਾ ਦੇ ਉੱਤੇ ਉਹ ਚਾੜ੍ਹ ਦਿੱਤੀਆਂ ਜਾਣਗੀਆਂ। ਜਿਹੜੇ ਸੱਜਣਾਂ ਨੂੰ ਫੋਲ ਕੇ ਦੇਖਣਾ ਚਾਹਣ ਠੀਕ ਹੈ, ਜੇਕਰ ਉਹਨਾਂ ਨੂੰ ਕਾਪੀਆਂ ਚਾਹੀਦੀਆਂ ਹੋਈਆਂ ਉਹਨਾਂ ਦੀਆਂ ਘਰ ਵੇਖਣ ਵਾਸਤੇ ਕਿਸੇ ਵੇਲੇ ਵੀ, ਅਤੇ ਅਸੀਂ ਉਹਨਾਂ ਦੀਆਂ ਕਾਪੀਆਂ ਕਰਕੇ ਵੀ ਉਹਨਾਂ ਨੂੰ ਪੁੱਜਦੀਆਂ ਕਰਾਂਗੇ। ਅੱਛਾ, ਜੇ ਵਿਆਕਰਣ ਪ੍ਰਣਾਲੀਆਂ ਵੱਲੇ ਦੇਖੀਏ ਤਾਂ ਇਸ ਵੇਲੇ ਜਿਹੜੀ ਸਿਚੁਏਸ਼ਨ ਹੈਗੀ ਆ ਵੀ ਜਿਹੜੀ ਵਿਆਕਰਣ ਨੂੰ ਵਿਆਕਰਣ ਮੰਨ ਲਿਆ ਹੋਇਆ, ਕਈ ਜਿਹੜੇ ਗੁਰਮਤਿ ਦੇ ਸਿਧਾਂਤਕ ਨੁਕਤੇ ਨੇ ਅਤੇ ਉਹ ਪ੍ਰਚਲਿਤ ਵਿਆਕਰਣ ਅਨੁਸਾਰ ਉਹ ਕਲੀਅਰ ਨਹੀਂ ਹੁੰਦੇ, ਅਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੇਰਾ ਖਿਆਲ ਹੈ ਵਿਆਕਰਨਾਂ ਤੋਂ ਕਲੀਅਰ ਹੋਣੇ ਚਾਹੀਦੇ ਨੇ, ਪਰ ਲੇਕਿਨ ਸਾਡੀ ਸੋਚ ਜਿਹੜੀ ਆ ਉਹ ਬਣ ਚੁੱਕੀ ਹੈ ਜਿਹੜੀ ਪੁਰਾਣੀ ਸੋਚ ਹੈ। ਪ੍ਰੋਫੈਸਰ ਸਾਹਿਬ ਸਿੰਘ ਨੇ ਬਹੁਤ ਸਾਰੀਆਂ ਕੁੰਡੀਆਂ ਖੋਲ੍ਹੀਆਂ ਨੇ, ਪਰ ਲੇਕਿਨ ਇੱਕ ਇਨਸਾਨ ਇੱਕ ਹੁੰਦਾ ਅਤੇ ਗੁਰਬਾਣੀ ਜਿਹੜੀ ਆ ਅਥਾਹ ਸਮੁੰਦਰ ਹੈ। ਠੀਕ ਹੈ। ਇਹਨੂੰ ਖੋਲ੍ਹਣ ਵਾਸਤੇ ਹਰ ਉਸ ਪ੍ਰਚਾਰਕ ਨੂੰ, ਹਰ ਉਸ ਸੱਜਣ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਕੁੰਡੀਆਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਨੀ ਹੈ। ਉਹਨੂੰ ਲੱਭਣਾ ਅਸੀਂ ਗੁਰਬਾਣੀ ਦੇ ਵਿੱਚੋਂ ਆ, ਕਿਉਂਕਿ ਇਹਦੇ ਅਰਥ ਗੁਰਬਾਣੀ ਦੇ ਵਿੱਚ ਮੌਜੂਦ ਨੇ। ਠੀਕ ਹੈ। ਪਰ ਲੇਕਿਨ ਅਸੀਂ ਕੋਸ਼ਿਸ਼ ਨਹੀਂ ਕਰਦੇ। ਅਸੀਂ ਇੱਕ ਲਾਈਨ ਪੜ੍ਹਦੇ ਹਾਂ, ਉਹਦੇ ਅਰਥ ਵੱਖਰੇ ਕਰਦੇ ਹਾਂ, ਦੂਜੀ ਲਾਈਨ ਨੂੰ ਉਹਦੇ ਨਾਲ ਨਹੀਂ ਜੋੜਦੇ। ਜਿਹੜਾ ਪ੍ਰਕਰਨ ਚੱਲ ਰਿਹਾ, ਜੇਕਰ ਉਹਨੂੰ ਉਹਦੇ ਸੰਦਰਭ 'ਚ ਨਹੀਂ ਦੇਖਦੇ ਤਾਂ ਫਿਰ ਅਸੀਂ ਗਲਤ ਜਾਵਾਂਗੇ। ਜਿਸ ਤਰ੍ਹਾਂ ਸਾਡੇ ਪਿੱਛੇ ਤਾਂ ਖੈਰ ਕਿ ਮੈਂ ਇਹ ਵੀ ਕਹਿ ਸਕਦਾ ਕਿ ਜਿਹੜਾ ਬਾਹਮਣਵਾਦੀ ਅਤੇ ਸਨਾਤਨੀ ਧਰਮ ਦਾ ਬਹੁਤ ਜ਼ਿਆਦਾ ਅਸਰ ਸੀ। ਜਿਸ ਤਰ੍ਹਾਂ ਨਿਰਮਲੇ ਆਏ, ਜਿਨ੍ਹਾਂ ਉਹਨਾਂ ਨੇ ਜਿਸ ਤਰ੍ਹਾਂ ਉਹਦੇ ਨੂੰ ਸਾਨੂੰ ਮੋੜਿਆ, ਉਸ ਪਾਸੇ ਨੂੰ ਸਾਡੇ ਅਰਥ ਜਾਂਦੇ ਰਹੇ। ਪਰ ਲੇਕਿਨ ਸਾਨੂੰ ਗੁਰੂ ਗ੍ਰੰਥ ਸਾਹਿਬ 'ਚੋਂ ਅਰਥ ਲੱਭਣੇ ਪੈਣਗੇ, ਅਤੇ ਗੁਰੂ ਗ੍ਰੰਥ ਸਾਹਿਬ 'ਚੋਂ ਅਰਥ ਕਰਨ ਲੱਗਿਆਂ ਸਾਨੂੰ ਉਹਦਾ ਵਿਆਕਰਨ ਅਤੇ ਬਾਰ-ਬਾਰ ਧਿਆਨ ਰੱਖਣਾ ਪਏਗਾ ਕਿ ਇੱਥੇ ਜਿਹੜੀ ਗੱਲ ਗੁਰੂ ਸਾਹਿਬ ਨੇ ਕਹੀ ਹੈ ਸ਼ਾਇਦ ਮੈਂ ਸਮਝ ਨਹੀਂ ਸਕਿਆ, ਜਦੋਂ ਅੱਗੋਂ ਜਾ ਕੇ ਕਿਤੇ ਕੋਈ ਹੋਰ ਥਾਂ ਉਹਦੇ ਅਰਥ ਨਿਕਲਦੇ ਨੇ ਅਤੇ ਉਹਨਾਂ ਨੂੰ ਇਕੱਠਿਆਂ ਕਰਕੇ ਦੇਖਣਾ ਚਾਹੀਦਾ ਕਿ ਕੁੰਡੀਆਂ ਫੇਰ ਖੁੱਲ੍ਹਣੀਆਂ ਨੇ। ਠੀਕ ਹੈ। ਕਈ ਵਾਰੀ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਨਿਰਮਲੇ ਨੇ ਜੋ ਕੁਛ ਕੀਤਾ ਆ,
ਹੁਣ ਕਈ ਲੋਕ ਨੇ ਉਹ ਕਹਿੰਦੇ ਵੀ ਨਿਰਮਲੇ ਜਿਹੜੇ ਉਹ ਸਿੱਖ ਧਰਮ ਦਾ ਇੱਕ ਅੰਗ ਨੇ, ਕੀ ਇਹ ਗੱਲ ਸੱਚ ਆ? ਹਾਂ, ਅਸੀਂ ਬਣਾ ਸਕਦੇ ਹਾਂ ਜੇ ਅਸੀਂ ਜਿਸ ਤਰ੍ਹਾਂ ਅਸੀਂ ਬਣਾਇਆ ਹੋਇਆ। ਪਰ ਸੱਚ ਤਾਂ ਇਹ ਹੈ ਕਿ ਉਹਨਾਂ ਨੇ ਝੂਠ ਬੋਲਿਆ ਸਿੱਖਾਂ ਕੋਲ। ਮੈਂ ਉਹਨੂੰ ਪੂਰੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦੇ ਮੈਂ ਸਿਰੇ ਤੱਕ ਜਾ ਸਕਾਂ। ਮੈਂ ਜਿੱਥੋਂ ਤੱਕ ਸਟੱਡੀ ਕੀਤੀ ਹੈ ਮੈਨੂੰ ਉਹਨਾਂ ਦਾ ਪੂਰਾ ਝੂਠ ਲੱਗਾ। ਠੀਕ ਹੈ। ਉਹਦਾ ਕਾਰਨ ਇਹ ਹੈ ਕਿ ਉਹ ਜੋ ਇਹ ਦੱਸਦੇ ਨੇ ਕਿ ਗੁਰੂ ਸਾਹਿਬ ਨੇ ਸਾਨੂੰ ਪੰਜਾਂ ਨੂੰ ਭੇਜਿਆ, ਪੰਜਾਂ ਸਿੰਘਾਂ ਨੂੰ ਭੇਜਿਆ ਵੀ ਤੁਸੀਂ ਜਾ ਕੇ ਸੰਸਕ੍ਰਿਤ ਸਿੱਖੋ। ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਮਹਿਸੂਸ ਹੀ ਨਹੀਂ ਕਰਦਾ ਕਿ ਸੰਸਕ੍ਰਿਤ ਦੀ ਸਾਨੂੰ ਲੋੜ ਸੀ। ਹਾਂ, ਲੈਂਗੁਏਜ ਹੋਰ ਵੀ ਸਿੱਖਣੀਆਂ ਗੁਨਾਹ ਕੋਈ ਨਹੀਂ, ਨੌਲੇਜ ਲੈਣੀ ਕੋਈ ਗੁਨਾਹ ਨਹੀਂ, ਪਰ ਲੇਕਿਨ ਇੰਨੀ ਜ਼ਰੂਰਤ ਨਹੀਂ ਸੀ ਕਿ ਉਹਨਾਂ ਨੂੰ ਪੰਜਾਂ ਨੂੰ ਸਪੈਸ਼ਲ ਭੇਜਿਆ ਜਾਂਦਾ ਸਿੱਖਣ ਵਾਸਤੇ। ਅਤੇ ਦੂਜੀ ਗੱਲ ਇਹ ਹੈ ਕਿ ਜਦੋਂ ਸਾਡੇ ਕੋਲ ਪੜ੍ਹੇ ਲਿਖੇ ਸਿਰੇ ਦੇ ਬ੍ਰਾਹਮਣ ਅਨੰਦਪੁਰ ਬੈਠੇ ਨੇ, ਅਸੀਂ ਸੰਸਕ੍ਰਿਤ ਪੜ੍ਹਾਉਣ ਵਾਸਤੇ ਤੋਰ ਰਹੇ ਉਹਨਾਂ ਨੂੰ ਉੱਥੇ ਆਪਣਾ ਬਨਾਰਸ। ਇਹ ਕਿਸ ਤਰ੍ਹਾਂ ਹੋ ਸਕਦਾ? ਭਾਈ ਕਿਰਪਾ ਰਾਮ ਜੀ ਦਾ ਪਰਿਵਾਰ ਜੋ ਬਾਅਦ 'ਚ ਕਿਰਪਾ ਸਿੰਘ ਬਣੇ, ਉਹਨਾਂ ਦਾ ਪਰਿਵਾਰ ਉਹਨਾਂ ਦੇ ਪੜਦਾਦੇ ਤੋਂ ਗੁਰੂ ਨਾਨਕ ਸਾਹਿਬ ਨਾਲ ਜੁੜਿਆ ਹੋਇਆ, ਅਤੇ ਉਹ ਹਿੰਦੂ ਧਰਮ ਦੇ ਵਿਆਖਿਆਕਾਰ ਐਡੇ ਵੱਡੇ ਨੇ ਕਿ ਪੂਰੇ ਉਹਨਾਂ ਦੇ ਪੜਦਾਦਾ ਜੀ ਹਿੰਦੁਸਤਾਨ ਦੇ ਸਭ ਤੋਂ ਵੱਡੇ ਵਿਦਵਾਨ ਕਹਾਉਂਦੇ ਨੇ ਉਸ ਵੇਲੇ ਦੇ। ਠੀਕ ਹੈ। ਅਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਉਹ ਸਾਰਾ ਕੁਝ ਆ ਚੁੱਕਾ ਹੋਏਗਾ, ਅਤੇ ਉਹਨਾਂ ਨੇ ਗੁਰਸਿੱਖੀ ਵੀ ਸਿੱਖੀ ਹੈ, ਗੁਰਮਤ ਵੀ ਸਿੱਖੀ ਹੈ। ਉਹਨਾਂ ਨਾਲ ਵੱਧ ਸੋਹਣਾ ਕਿਹੜਾ ਪੜ੍ਹਾ ਸਕਦਾ ਸੀ? ਇਹਦਾ ਮਤਲਬ ਵੀ ਉਸ ਵੇਲੇ ਜਿਹੜੇ ਇਸ ਤਰ੍ਹਾਂ ਦੇ ਹੋਰ ਮਤਲਬ ਲੈਂਗੁਏਜ ਦੇ ਵਿਦਵਾਨ ਸਨ ਗੁਰੂ ਪਾਤਸ਼ਾਹ ਦੇ ਕੋਲ ਮੌਜੂਦ ਸਨ, ਬਹੁਤ ਸਾਰੇ ਮੌਜੂਦ ਸਨ। ਤੇ ਗੁਰੂ ਪਾਤਸ਼ਾਹ ਜਿਹੜੇ ਉਸ ਵੇਲੇ ਬ੍ਰਾਹਮਣ ਜਿਹੜੇ ਕਸ਼ਮੀਰ ਤੋਂ ਕਹਿੰਦੇ ਆਏ ਆ ਉਹ ਵੀ ਉੱਥੇ ਰਹਿ ਰਹੇ ਸੀ, ਤੇ ਜੇਕਰ ਕਿ ਇੰਨਾ ਕੰਮ ਤੇ ਉਹਨਾਂ ਕੋਲ ਵੀ ਕਰਾਇਆ ਜਾ ਸਕਦਾ ਸੀ। ਠੀਕ ਹੈ। ਇਹ ਤੇ ਬਹੁਤ ਵਧੀਆ ਤੁਹਾਡਾ ਇੱਕ ਇਹਨੂੰ ਮੈਂ ਹੋਰ ਥੋੜ੍ਹਾ ਜਿਹਾ ਕਲੀਅਰ ਕਰਨਾ ਚਾਹੁੰਦਾ ਕਿ ਉਹ ਕਹਿੰਦੇ ਨੇ ਕਿ ਸਾਨੂੰ ਬਨਾਰਸ ਭੇਜਿਆ, ਤੇ ਜਦੋਂ ਉਹਨਾਂ ਨੂੰ ਸਵਾਲ ਕਰੀਏ ਤੇ ਉਹ ਸੱਜਣ ਮੇਰੇ ਇੱਕ ਗਏ ਸੀ ਤੇ ਉਹਨਾਂ ਨੇ ਉਹਨਾਂ ਨੂੰ ਸਵਾਲ ਵੀ ਕੀਤਾ, ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਉਹ ਕਹਿੰਦੇ ਨੇ ਗੁਰੂ ਦੀਆਂ ਗੁਰੂ ਜਾਣੇ, ਤੇ ਗੁਰੂ ਤਾਂ ਸਾਨੂੰ ਪੂਰਾ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਕੇ ਤੇ ਕਹਿੰਦੇ ਪੁੱਤਰਾ ਆਲਾ ਫੜ ਸਾਰਾ ਕੁਝ ਹੀ ਜਾਣ। ਠੀਕ ਹੈ। ਤੇ ਗੁਰੂ ਦੀਆਂ ਗੁਰੂ ਕਿੱਦਾਂ ਜਾਣੇ? ਉਹ ਸਾਨੂੰ ਆਪਣੇ ਬੱਚੇ ਬਣਾ ਕੇ ਸਾਡੇ ਕੋਲ ਸਾਰਾ ਖਜ਼ਾਨਾ ਦੇ ਰਹੇ ਨੇ, ਤੇ ਉਹ ਏਡਾ ਵੱਡਾ ਖਜ਼ਾਨਾ ਜੋ ਸਾਨੂੰ ਦਿੰਦੇ ਨੇ, ਤੇ ਸਾਨੂੰ ਇਹ ਨਾ ਦੱਸਣ ਕਿ ਮੈਂ ਕਿਉਂ ਭੇਜ ਰਿਹਾ। ਫਿਰ ਦੂਸਰੀ ਗੱਲ ਇਹ ਹੈ ਕਿ ਬਨਾਰਸ ਦੇ ਵਿੱਚ ਉਹਨੂੰ ਗੁਰੂਕੁਲ ਕਹਿੰਦੇ ਨੇ ਜਿੱਥੇ ਪੜ੍ਹਨ ਜਾਣਾ ਹੁੰਦਾ। ਠੀਕ ਹੈ। ਗੁਰੂਕੁਲ ਦੇ ਵਿੱਚ ਰਵਾਇਤ ਇਹ ਹੈ ਕਿ ਪਹਿਲਾਂ ਟਿੰਡ ਰਗੜੀ ਜਾਏਗੀ, ਪੂਰੇ ਕੇਸ ਕਤਲ ਕੀਤੇ ਜਾਣਗੇ, ਮੂੰਹ ਸਿਰ ਮੁੰਨਿਆ ਜਾਏਗਾ, ਫਿਰ ਉਹ ਸਕੂਲ 'ਚ ਦਾਖਲ ਹੋ ਸਕਦਾ ਹੈ ਬਨਾਰਸ ਦੇ ਵਿੱਚ। ਠੀਕ ਹੈ। ਤੇ ਜੇਕਰ ਇਹਦਾ ਸਬੂਤ ਦੇਖਣਾ ਤੇ ਉਹ ਸਬੂਤ ਅੱਜ ਵੀ ਮੌਜੂਦ ਹੈ। ਪਹਿਲਾਂ ਤਾਂ ਉੱਥੇ ਚੱਲ ਜਾਓ, ਇੱਕ ਇਹਨਾਂ ਦਾ ਆਰੀਆ ਸਮਾਜੀਆਂ ਦਾ ਇੱਕ ਸਕੂਲ ਚੱਲ ਰਿਹਾ, ਗੁਰੂਕੁਲ ਚੱਲ ਰਹੀ ਹੈ ਕਰਤਾਰਪੁਰ ਦੇ ਵਿੱਚ। ਠੀਕ ਹੈ। ਸਵਾਮੀ ਵਿਵੇਕਾਨੰਦ ਸਕੂਲ ਆ ਉੱਥੇ, ਸਵਾਮੀ ਵਿਵੇਕਾਨੰਦ ਸਮਾਰਕ ਕਹਿੰਦੇ ਨੇ ਉਹਨੂੰ। ਠੀਕ ਹੈ। ਉੱਥੇ ਜਿੰਨੇ ਬੱਚੇ ਨੇ ਉਹ ਸਾਰੇ ਟਿੰਡਾਂ ਵਾਲੇ ਹੋਣਗੇ। ਅੱਛਾ ਜੀ। ਇਹ ਪੰਜਾਬ ਦੇ ਵਿੱਚ ਕਰਤਾਰਪੁਰ ਦੇ ਵਿੱਚ ਹੈਗਾ। ਠੀਕ ਹੈ। ਜੇ ਹੁਣ ਤੁਸੀਂ ਦੇਖੋ ਜਿਹੜੀਆਂ ਫਿਲਮਾਂ ਬਣੀਆਂ ਨੇ, ਜਿਹੜੇ ਇਹਨਾਂ ਦੇ ਸੀਰੀਅਲ ਬਣੇ ਨੇ ਰਾਮਾਇਣ ਦੇ ਉੱਤੇ ਜਾਂ ਕ੍ਰਿਸ਼ਨ ਦੀਆਂ ਜੀਵਨੀਆਂ ਦੇ ਉੱਤੇ, ਉਹਦੇ ਵਿੱਚ ਰਾਮਚੰਦਰ ਦੀ ਟਿੰਡ ਆ ਪੂਰੀ, ਉਹਦੇ ਕੇਸ ਬਿਲਕੁਲ ਨਹੀਂ ਟਿੰਡ ਕੀਤੀ ਹੋਈ ਹੈ ਜਦੋਂ ਉੱਥੇ ਪੜ੍ਹਨ ਵਾਸਤੇ ਗੁਰੂਕੁਲ ਜਾਂਦਾ। ਅੱਛਾ ਜੀ। ਤੇ ਜਦੋਂ ਕ੍ਰਿਸ਼ਨ ਦੀ ਦੇਖੋ ਤੇ ਕ੍ਰਿਸ਼ਨ ਨਾਲ ਵੀ ਇਸੇ ਤਰ੍ਹਾਂ ਹੈ। ਜੇ ਉਹ ਆਪਣੇ ਜਿਹੜੇ ਜਿਨ੍ਹਾਂ ਨੂੰ ਗੁਰੂ ਜਿਹਨ੍ਹਾਂ ਨੂੰ ਆਪਣੇ ਅਵਤਾਰ ਕਹਿੰਦੇ ਨੇ ਉਹਨਾਂ ਦੀ ਹਾਲਤ ਹੈ ਤੇ ਆਮ ਆਦਮੀ ਦੀ ਕਿਵੇਂ ਨਹੀਂ ਹੋਏਗੀ? ਤੁਹਾਡਾ ਮਤਲਬ ਵੀ ਉੱਥੇ ਉਸ ਯੂਨੀਵਰਸਿਟੀ 'ਚ ਚਲੋ ਗੁਰੂਕੁਲ ਦੇ ਵਿੱਚ ਸਕੂਲ ਦੇ ਵਿੱਚ ਕੋਈ ਵੀ ਜਿਹੜਾ ਦਾਖਲਾ ਲੈਂਦਾ ਸੀ ਉਸ ਸਮੇਂ ਉਹਦੇ ਵਾਸਤੇ ਸ਼ਰਤ ਹੈ ਕਿ ਉਹਨੇ ਪਹਿਲਾਂ ਟੈਂਡ ਕਰਨੀ ਹੈ। ਤੇ ਕੀ ਗੁਰੂ ਪਾਤਸ਼ਾਹ ਨੇ ਜੇ ਉਹ ਭੇਜੇ ਸੀ ਤੇ ਉਹ ਇਹਨਾਂ ਨੂੰ ਅਲਾਓ ਕਰਦੇ ਹੋਣਗੇ ਵੀ ਤੁਸੀਂ ਆ ਸਾਰਾ ਕੁਝ ਕਰ ਲਿਆ? ਮੈਂ ਇਹੋ ਤੇ ਪੁੱਛਦਾ ਕਿ ਇਹ ਝੂਠ ਬੋਲਣ ਵਾਲਿਆਂ ਨੂੰ ਕਿ ਗੁਰੂ ਸਾਹਿਬ ਤੇ ਕਹਿੰਦੇ ਮੈਨੂੰ ਸਿੱਖ ਹੀ ਪਿਆਰਾ ਨਹੀਂ ਜਿਹੜਾ ਸਿਧਾਂਤ ਨਾਲ ਨਹੀਂ ਜੁੜਿਆ ਹੋਇਆ। ਠੀਕ ਹੈ। ਉਹਦੇ ਹੁਕਮ 'ਚ ਆਉਣ ਦੀ ਗੱਲ ਸਾਨੂੰ ਸਿਖਾਉਂਦੇ ਨੇ। ਇਹ ਕੁਦਰਤੀ ਹੈ ਤੇ ਉਹਦਾ ਹੁਕਮ ਹੈ ਤਾਂ ਕੇਸ ਆਏ ਨੇ ਸਾਨੂੰ, ਤੇ ਜਦੋਂ ਅਸੀਂ ਉਹਦੇ ਹੁਕਮ ਤੋਂ ਬਾਹਰ ਹੋ ਰਹੇ ਗੁਰੂ ਸਾਹਿਬ ਬਰਦਾਸ਼ਤ ਕਿੱਥੋਂ ਕਰ ਸਕਦੇ ਨੇ? ਤੇ ਆਪਣੇ ਆਪ ਕਹਿਣ ਕਿ ਤੁਸੀਂ ਇਹ ਜਿਹੜਾ ਉਹ ਅਕਾਲ ਪੁਰਖ ਦੇ ਹੁਕਮ ਨੂੰ ਨਾ ਮੰਨੋ। ਤੇ ਇਸ ਤਰ੍ਹਾਂ ਦੀ ਜਿਹੜੀ ਵਿਚਾਰਧਾਰਾ ਅਸੀਂ ਅਪਣਾ ਲਈ, ਇਹਦੇ ਤੋਂ ਉੱਪਰ ਕਿਸ ਤਰ੍ਹਾਂ ਉੱਠਿਆ ਜਾ ਸਕਦਾ? ਮੇਰੇ ਹਿਸਾਬ ਨਾਲ ਤੇ ਸਿਰਫ ਇੱਕ ਗੁਰੂ ਗ੍ਰੰਥ ਸਾਹਿਬ ਹੈ, ਗੁਰੂ ਦੀ ਸਿੱਖਿਆ ਹੈ, ਜਿਹਦੇ ਨਾਲ ਅਸੀਂ ਇਹ ਜਾਣ ਸਕਦੇ ਹਾਂ ਅਸੀਂ ਕਰਨਾ ਕੀ ਹੈ ਤੇ ਅਸੀਂ ਕੀ ਨਹੀਂ ਕਰਨਾ। ਜੇਕਰ ਅਸੀਂ ਉਹਨੂੰ ਛੱਡਦੇ ਹਾਂ ਤੇ ਫਿਰ ਅਸੀਂ ਉਸ ਖਾਰੇ ਸਮੁੰਦਰ 'ਚ ਜਾ ਰਹੇ ਹਾਂ ਜਿਹਦੇ 'ਚੋਂ ਬਚਣ ਦਾ ਕੋਈ ਚਾਂਸ ਨਹੀਂ। ਤੇ ਕੁਝ ਲੋਕ ਨੇ ਜਿਸ ਤਰ੍ਹਾਂ ਉਹ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਆ ਉਹ ਅਗਾਧ ਬੋਧ ਆ, ਇਹ ਜਾਣੀ ਨਹੀਂ ਜਾ ਸਕਦੀ। ਕੀ ਤੁਸੀਂ ਇਹਦੇ ਨਾਲ ਸਹਿਮਤ ਜੀ? ਅੱਧੇ ਨਾਲ ਸਹਿਮਤ ਹਾਂ। ਅਗਾਧ ਹੈ ਕਿ ਜਿਹਦੀ ਕੋਈ ਸੀਮਾ ਨਹੀਂ। ਅਗਾਧ ਬੋਧ ਦਾ ਮਤਲਬ ਹੈ ਜਿਹਦੀ ਕੋਈ ਸੀਮਾ ਨਹੀਂ। ਬੋਧ ਦਾ ਮਤਲਬ ਗਿਆਨ ਹੈ, ਉਸ ਗਿਆਨ ਦੀ ਕੋਈ ਸੀਮਾ ਨਹੀਂ।
ਮੈਨੂੰ 2 ਕਿਤਾਬਾਂ ਪੜ੍ਹ ਸਕਦਾ, ਮੈਂ 2 ਦਾ ਗਿਆਤਾ ਹੋ ਗਿਆ, ਕੋਈ ਯੂਨੀਵਰਸਿਟੀ ਚਲਾ ਗਿਆ, ਉਹ PhD ਵੀ ਕਰ ਲੈਂਦਾ। ਇਹ ਤਾਂ ਹੁਣ ਆਪੋ ਆਪਣੀ ਹਿੰਮਤ ਆ। ਸਮੁੰਦਰ ਦੇ ਵਿੱਚ ਜਿੰਨਾ ਮਰਜ਼ੀ ਡੂੰਘਾ ਉਤਰ ਜਾਓ। ਠੀਕ ਹੈ। ਅਗਾਧ ਬੋਧ ਦਾ ਅਸਲੀ ਮਤਲਬ ਤੇ ਹੈ ਕਿ ਇਹ ਅਥਾਹ ਹੈ, ਇਹਦਾ ਅੰਤ ਨਹੀਂ। ਜਿੰਨਾ ਮਰਜ਼ੀ ਗਿਆਨ ਲੈ ਲਓ, ਪਰ ਅਸੀਂ ਉਹ ਸਾਧ ਤਬਕੇ ਨੇ ਇਹ ਬਣਾਤਾ ਕਿ ਇਹਦੇ ਚੋਂ ਮਿਲ ਹੀ ਕੁਛ ਨਹੀਂ ਸਕਦਾ, ਇਹ ਤਾਂ ਡੂੰਘਾ ਹੀ ਬੜਾ। ਤੇ ਜੇਕਰ ਡੂੰਘਾ ਬੜਾ, ਜੇਕਰ ਗੁਰੂ ਗਿਆਨ ਨਹੀਂ ਦੇ ਸਕਦਾ, ਉਹ ਗੁਰੂ ਕਿਸ ਤਰ੍ਹਾਂ ਹੋ ਸਕਦਾ? ਗੁਰੂ ਸਾਨੂੰ ਗਿਆਨ ਦਿੰਦਾ, ਗੁਰੂ ਹੀ ਤਾਂ ਆ ਜੇ ਉਹ ਸਾਨੂੰ ਸਾਡੀਆਂ ਅੱਖਾਂ ਖੋਲ੍ਹਦਾ, ਸਾਨੂੰ ਜਿਹੜਾ ਚਾਨਣ ਦਿੰਦਾ। ਠੀਕ ਹੈ। ਪਰ ਲੇਕਿਨ ਉਲਟਾ ਅਰਥ ਕਰਨ ਨਾਲ ਗੱਲ ਹੋਰ ਹੋ ਜਾਏ। ਜਿਸ ਤਰ੍ਹਾਂ ਸਿਮਰਨ ਦੇ ਅਰਥ ਗਲਤ ਕੀਤੇ ਗਏ ਨੇ, ਉਸੇ ਤਰ੍ਹਾਂ ਨਾ ਅਸੀਂ ਟੋਟਲੀ ਅਰਥ ਗੁਰਬਾਣੀ 'ਚੋਂ ਲੈਣੇ ਨੇ। ਇਹਨਾਂ ਲੋਕਾਂ ਦੇ ਦਿੱਤੇ ਅਰਥ ਨਹੀਂ, ਇਹਨਾਂ ਡਿਕਸ਼ਨਰੀਆਂ ਦੇ ਅਰਥ ਨਹੀਂ, ਗੁਰਬਾਣੀ ਦੇ ਵਿੱਚ ਸਾਰੀ ਚੀਜ਼ ਨੂੰ ਖੋਲ੍ਹਿਆ ਗਿਆ। ਅੱਛਾ, ਸਿਮਰਨ ਦੇ ਅਰਥ ਜਿਹੜੇ ਨੇ ਉਹ ਕਿਸ ਤਰੀਕੇ ਨਾਲ ਗਲਤ ਸੰਦਰਭ ਵਿੱਚ ਲੈ ਰਹੇ ਨੇ? ਸਿਮਰਨ ਦਾ ਮਤਲਬ ਸਿਮਰਤੀ ਤੋਂ ਬਣਿਆ ਲਫ਼ਜ਼ ਆ। ਸਿਮਰਤੀ ਹੈ ਯਾਦ ਸ਼ਕਤੀ, ਤੇ ਸਿਮਰਨ ਜਿਹੜਾ ਹੈ ਉਹ ਯਾਦ ਦੇ ਵਿੱਚ ਵਸਾਉਣਾ, ਯਾਦ ਨੂੰ ਕਰਨਾ, ਭਾਵ ਆਪਣੇ ਹਿਰਦੇ ਵਿੱਚ ਗਿਆਨ ਨੂੰ ਵਸਾਉਣਾ। ਠੀਕ ਹੈ। ਚਿੱਤ ਵੀ ਲਫ਼ਜ਼ ਵਰਤਿਆ ਬਾਣੀ ਦੇ ਵਿੱਚ, ਧਿਆਨ ਵੀ ਵਰਤਿਆ, ਇਹ ਸਾਰੇ ਲਫ਼ਜ਼ ਵਰਤੇ ਹੋਏ ਨੇ, ਅਰਥ ਇੱਕ ਹੀ ਨੇ। ਠੀਕ ਹੈ। ਕਿ ਸਿਮਰਤੀ ਦੇ ਵਿੱਚ ਵਸਾਓ, ਆਪਣੀ ਯਾਦ ਸ਼ਕਤੀ ਦੇ ਉਹਦੇ ਵਿੱਚ ਵਸਾਓ, ਉਹਨੂੰ ਯਾਦ ਕਰੋ, ਉਹਨੂੰ ਆਪਣੇ ਧਿਆਨ ਦੇ ਵਿੱਚ ਰੱਖੋ, ਆਪਣੇ ਚਿੱਤ ਦੇ ਵਿੱਚ ਰੱਖੋ। ਠੀਕ ਹੈ। ਤੇ ਜੇ ਸਾਡੇ ਚਿੱਤ ਦੇ ਵਿੱਚ ਹੈ, ਉਹੋ ਹੀ ਸਾਡੇ ਬਾਹਰ ਆਏਗਾ। ਜੋ ਅੰਦਰ ਆ ਉਗਣਾ ਉਹਨੇ ਹੀ ਆ। ਠੀਕ ਹੈ। ਪਰ ਲੇਕਿਨ ਜੇਕਰ ਅਸੀਂ ਉਹਨੂੰ ਇੱਕ ਮੰਤਰ ਦੀ ਤਰ੍ਹਾਂ ਪੜ੍ਹਨਾ ਸ਼ੁਰੂ ਕਰ ਦਿੱਤਾ ਤੇ ਬਿਨਾਂ ਗਿਆਨ ਦਿਓ, ਹੁਣ ਵਾਹਿਗੁਰੂ ਲਫ਼ਜ਼ ਤਾਂ ਬਹੁਤ ਪਵਿੱਤਰ ਹੈ। ਉਸ ਅਕਾਲ ਪੁਰਖ ਦੀ, ਗੁਰੂ ਦੀ, ਪਰਮਾਤਮਾ ਦੀ ਵਾਹ ਕਰਨੀ ਹੈ। ਗੁਰੂ ਗਿਆਨ ਦੇਣ ਵਾਲੇ ਦੀ ਅਸੀਂ ਵਾਹ ਕਰਦੇ ਹਾਂ, ਪਰ ਜ਼ਬਾਨੀ ਕਲਾਮੀ ਕਰਦੇ, ਗਿਆਨ ਲੈ ਨਹੀਂ ਰਹੇ। ਠੀਕ ਹੈ। ਤੇ ਇਸ ਨੂੰ ਕਿਸ ਤਰੀਕੇ ਦੇ ਨਾਲ ਸਮਝਿਆ ਜਾ ਸਕਦਾ? ਕਿਸ ਆਪਣੇ ਕੋਲ 30 ਸੈਕਿੰਡ ਨੇ, ਤੁਸੀਂ ਕਿਸ ਤਰ੍ਹਾਂ ਸੰਗਤ ਨੂੰ ਅਖੀਰ 'ਤੇ ਮੈਸੇਜ ਦੇਣਾ ਚਾਹੁੰਦੇ ਆ ਵੀ ਅਸੀਂ ਕਰਮਖੰਡਾਂ ਤੋਂ ਉੱਠੀਏ, ਉੱਪਰ ਉੱਠੀਏ ਤੇ ਸੱਚ ਨੂੰ ਜੀਵਨ ਵਿੱਚ ਅਪਣਾਈਏ? ਗੱਲ ਇਹ ਕਿ ਸਾਨੂੰ ਸਭ ਤੋਂ ਪਹਿਲਾਂ ਤਾਂ ਪੂਰੀ ਤਰ੍ਹਾਂ ਜਪਜੀ ਨੂੰ ਸਮਝਣਾ ਹੋਏਗਾ। ਗੁਰੂ ਗ੍ਰੰਥ ਸਾਹਿਬ ਦੇ ਵਾਸਤੇ ਹੀ ਤਾਂ ਤੁਰੀਏ ਜੇਕਰ ਸਾਨੂੰ ਜਪਜੀ ਜਿਹੜਾ ਮੋਢਾ ਸਮਝ ਆ ਜਾਏ। ਨਾਮ ਕੀ ਹੈ, ਗੁਰੂ ਕੌਣ ਹੈ, ਗੁਰੂ ਦੇ ਰਸਤੇ 'ਤੇ ਚੱਲਣਾ ਕਿਵੇਂ, ਉਹ ਜਪਜੀ ਦੇ ਵਿੱਚ ਹਰ ਚੀਜ਼ ਕਲੀਅਰ ਕੀਤੀ ਹੈ। ਕਿਹੜੀਆਂ ਸਟੇਜਿਸ ਨੇ, ਕਿਹੜੇ ਜਿਨ੍ਹਾਂ ਨੂੰ ਅਸੀਂ ਖੰਡ ਕਹਿੰਦੇ ਹਾਂ, ਉਹ ਸਾਡੀਆਂ ਜੀਵਨ ਦੀਆਂ ਜਿਹੜੀਆਂ ਸਟੇਜਿਸ ਨੇ, ਉਹਨਾਂ ਦਾ ਪੂਰਾ ਵੇਰਵਾ ਹੈ। ਭਾਈ ਦਲਜੀਤ ਸਿੰਘ ਜੀ, ਸਾਨੂੰ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ, ਤੁਹਾਡੇ ਸਟੂਡੀਓ 'ਚ ਆਉਣ ਲਈ ਬਹੁਤ ਬਹੁਤ ਧੰਨਵਾਦ। ਸੋ ਸਾਧ ਸੰਗਤ, ਗੱਲ ਇੱਥੇ ਆਣ ਕੇ ਮੁੱਕਦੀ ਹੈ ਵੀ ਅਸੀਂ ਗਿਆਨ ਗੁਰੂ ਤੋਂ ਗਿਆਨ ਦੀ ਰੋਸ਼ਨੀ ਲਈਏ, ਤਾਂ ਹੀ ਸਾਡੇ ਜੀਵਨ ਵਿੱਚ ਚਾਨਣ ਹੋ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।